ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਕਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਕਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਵੇ ਮੁਖ ਹੋਏ RAM ਤੇ ਲੱਗਣ ਜਨਮ ਵਿਜੋਗ। ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵਹਿ ਰੋਜ। ਕੀਤਾ ਕਿਛੂ ਨਾ ਹੋਵਈ ਲਿਖਿਆ ਧੁਰ ਸੰਜੋਗ। ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰਹਿ ਸਭ ਵਿਯੋਗ। ਨਾਨਕ ਕਉ ਪ੍ਰਭ ਰਾਖ ਲੇਹਿ ਮੇਰੇ ਸਾਹਿਬ ਬੰਦੀ ਮੋਚ। ਕਤਕ ਹੋਵੈ ਸਾਧ ਸੰਗ ਬਿਨ ਸਹਿ ਸਭੇ ਸੋਚ। ਕਤਕ ਹੋਵੈ ਸਾਧ ਸੰਗ ਬਿਨ ਸਹਿ ਸਭੇ ਸੋਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸਰਬ ਕਾਇਨਾਤ ਦੇ ਰਾਖੇ ਦੀਨ ਦੁਨੀਆ ਦੇ ਦਾਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਵਿੱਚ ਸੁਭਾਏਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਬੇਅੰਤ ਬਖਸ਼ਿਸ਼ਾਂ ਕਰਕੇ ਤੁਰਟ ਕਰਕੇ ਰਹਿਮਤਾਂ ਕਰਕੇ ਸਾਨੂੰ ਇਹ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਹੈ। ਬਾਣੀ ਦੇ ਅਨੁਸਾਰ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਵਾਰੀ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਜੋਤ ਦੇ ਵਿੱਚ ਲੀਨ ਹੋਣ ਵਾਸਤੇ ਉਸ ਮਾਲਕ ਵਾਹਿਗੁਰੂ ਨੇ ਸਾਨੂੰ ਦਿੱਤੀ ਹੈ। ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਅੱਜ ਸੰਗਰਾਂਦ ਦਾ ਦਿਹਾੜਾ ਕੱਤਕ ਮਹੀਨੇ ਦੀ ਆਰੰਭਤਾ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਹੁਕਮਾਂ ਦੇ ਨਾਲ ਹੋਈ ਹੈ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਬਾਣੀ ਦੇ ਵਿੱਚ 12 ਮਹਾ ਮਾਝ ਦੀ ਪਵਿੱਤਰ ਬਾਣੀ ਦੇ ਵਿੱਚ 12 ਮਹੀਨਿਆਂ ਦੇ 12 ਸ਼ਬਦ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਉਚਾਰਨ ਕਰਕੇ ਸਾਨੂੰ ਸਾਰਿਆਂ ਨੂੰ ਸੁਚੱਜਾ ਰਸਤਾ, ਇੱਕ ਮਹਾਨ ਰਸਤਾ ਜਿਹੜਾ ਹੈ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ। ਹਰ ਮਹੀਨੇ ਵੈਸੇ ਤੇ ਹਰ ਰੋਜ਼ ਪਾਤਸ਼ਾਹ ਜੀ ਸਾਡੇ ਜੀਵਨ ਦੀ ਹਰ ਸਾਹ ਦੇ ਨਾਲ ਅਗਵਾਈ ਕਰਦੇ ਹਨ। ਅਗਰ ਸਾਡਾ ਸਰੀਰ ਚੱਲ ਰਿਹਾ ਧਰਤੀ ਦੇ ਉੱਤੇ ਤੇ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਮਾਲਕ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਹੀ, ਤੇ ਉਹਦੀ ਕਿਰਪਾ ਤੋਂ ਬਿਨਾਂ, ਉਹਦੀ ਰਹਿਮਤ ਤੋਂ ਬਿਨਾਂ ਧਰਤੀ ਦੇ ਉੱਤੇ ਕੁਝ ਹੋਣਾ ਅਸੰਭਵ ਹੈ। ਜੇ ਮਾਲਕ ਚਾਹੇ ਤੇ ਇਹ ਤਨ ਸਰੀਰ ਧਰਤੀ ਦੇ ਉੱਤੇ ਚੱਲਦਾ। ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਸਾਡੀ ਜ਼ਿੰਦਗੀ ਨੂੰ ਸੁਚੱਜੇ ਢੰਗ ਨਾਲ ਚੱਲਣ ਵਾਸਤੇ ਪ੍ਰੇਰਨਾ ਬਾਰੰਬਾਰ ਬਾਣੀ 'ਚ ਦਿੱਤੀ ਹੈ। ਅੱਜ ਦੇ ਮਹੀਨੇ ਦਾ ਪਾਠ ਆਪ ਜੀਆਂ ਨੇ ਸਰਵਣ ਕੀਤਾ ਹੈ। ਇਸ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ
ਉਹਨਾਂ ਕੰਮਾਂ ਤੋਂ, ਉਹਨਾਂ ਕਾਰਜਾਂ ਤੋਂ ਵਰਜਿਆ ਹੈ ਜਿਹੜੇ ਕਾਰਜ ਸਾਡੇ ਤਨ ਲਈ ਵੀ ਤੇ ਮਨ ਲਈ ਵੀ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਨੂੰ ਉਸ ਜੋਤ ਤੋਂ ਦੂਰ ਕਰਨ ਵਾਲੇ ਕੰਮਾਂ ਤੋਂ ਵਰਜਿਆ ਹੈ। ਤੇ ਉਹ ਸਾਰੇ ਕੰਮ ਮਹਾਰਾਜ ਜੀ ਨੇ ਗਿਣਾਏ ਜਿਹੜੇ ਮਨੁੱਖ ਕਰਦਾ ਤੇ ਹੈ, ਪਰ ਦਾਤੇ ਨੂੰ ਚੰਗੇ ਨਹੀਂ ਲੱਗਦੇ, ਕਿਉਂਕਿ ਮਾਲਕ ਵਾਹਿਗੁਰੂ ਨੂੰ ਉਹ ਹਰ ਕੰਮ ਚੰਗਾ ਲੱਗਦਾ ਜਿਹੜਾ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਜੋੜ ਦਿੰਦਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਇੱਕ ਇੱਕ ਸ਼ਬਦ ਅਕਾਲ ਪੁਰਖ ਨਾਲ ਜੋੜਦਾ ਹੈ, ਜ਼ਿੰਦਗੀ ਦੀ ਸੁਚੱਜੀ ਅਗਵਾਈ ਕਰਦਾ ਹੈ। ਤੇ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਬੇਅੰਤ ਤਰੀਕਿਆਂ ਦੇ ਨਾਲ ਸਾਨੂੰ ਸਮਝਾਇਆ ਹੈ। ਆਓ ਅੱਜ ਦੇ ਮਹੀਨੇ ਦੇ ਸ਼ਬਦ ਨੂੰ ਪੜ੍ਹ ਕੇ, ਵਿਚਾਰ ਕੇ, ਉਸ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਨ ਦੀ ਕੋਸ਼ਿਸ਼ ਕਰੀਏ। ਸਤਿਗੁਰੂ ਸਾਹਿਬ ਮਹਾਰਾਜ ਜੀ ਪਾਵਨ ਸ਼ਬਦ ਦੀ ਪ੍ਰਥਮ ਪੰਕਤੀ ਦੇ ਵਿੱਚ ਕਿਰਪਾ ਕਰਦੇ। ਕਤਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ। ਮਨੁੱਖ ਦਾ ਸੁਭਾਅ ਹੈ ਕਿ ਆਪਣੇ ਕੀਤੇ ਹੋਏ ਮਾੜੇ ਕੰਮ ਨੂੰ ਕਦੇ ਵੀ ਮਨੁੱਖ ਜਿਹੜਾ ਹੈ ਉਹ ਮੰਨਦਾ ਹੀ ਨਹੀਂ। ਪਤਾ ਨਹੀਂ ਹਰ ਰੋਜ਼ ਸਵੇਰ ਤੋਂ ਸ਼ਾਮ ਤੱਕ, ਰਾਤਰੀ ਦੇ ਵਿੱਚ ਵੀ ਕਿੰਨੇ ਮਾੜੇ ਕੰਮ ਅਸੀਂ ਕਰ ਜਾਂਦੇ ਹਾਂ, ਜਿਹੜੇ ਸਾਨੂੰ ਸਾਡੇ ਦਾਤੇ ਨਾਲੋਂ ਦੂਰ ਕਰ ਦਿੰਦੇ ਨੇ। ਪਰ ਮਨੁੱਖ ਦਾ ਇੱਕ ਸੁਭਾਅ ਇਹੋ ਜਿਹਾ ਬਣ ਗਿਆ ਕਿ ਕੰਮ ਤੇ ਆਪ ਮਾੜਾ ਕਰਦਾ, ਮਾੜਾ ਕੰਮ ਕਰਕੇ ਤੇ ਉਸ ਦਾ ਦੋਸ਼ ਜਿਹੜਾ ਹੈ ਦੂਜਿਆਂ ਦੇ ਸਿਰ ਤੇ ਮੜ੍ਹਦਾ। ਇਹਦੀਆਂ ਬੇਅੰਤ ਉਦਾਹਰਣਾਂ ਸਾਨੂੰ ਗੁਰਬਾਣੀ ਵਿੱਚ, ਸਾਡੇ ਇਤਿਹਾਸ ਵਿੱਚ ਵੀ ਮਿਲਦੀਆਂ ਨੇ। ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਿਤਾ ਜੀ, ਇਹੀ ਜਿਹੜਾ ਸਾਡੇ ਮਾਨਸਿਕ ਮੰਡਲ ਦੇ ਵਿੱਚ ਇੱਕ ਵਹਿਮ ਬੜਿਆ ਹੋਇਆ ਕਿ ਮੈਂ ਜੋ ਕਰਦਾ ਹਾਂ ਉਹ ਚੰਗਾ, ਜੋ ਮੈਂ ਕਹਿ ਦਿੱਤਾ ਉਹੀ ਸਹੀ ਹੈ। ਸਤਿਗੁਰੂ ਸਾਹਿਬ ਮਹਾਰਾਜ ਕਹਿੰਦੇ ਨੇ, ਕਤਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ। ਸਿਖਾ ਯਾਦ ਰੱਖੀ, ਇਸ ਸਰੀਰ ਰੂਪੀ ਕਤਕ ਦੇ ਮਹੀਨੇ ਵਿੱਚ ਜਿਹੜਾ ਵੀ ਕਰਮ ਕਮਾਏਗਾ ਉਹਦਾ ਲੇਖਾ ਤੈਨੂੰ ਦੇਣਾ ਪੈਣਾ। ਹੁਣ ਝੂਠ ਬੋਲ ਕੇ ਮੈਂ ਆਪਣਾ ਕੰਮ ਕੱਢ ਲਵਾਂ, ਆਪਣੇ ਫਾਇਦੇ ਵਾਸਤੇ ਕੋਈ ਕਾਰਜ ਕਰ ਲਵਾਂ, ਤੇ ਜੇ ਉਹਦਾ ਨੁਕਸਾਨ ਹੋ ਜਾਵੇ ਤੇ ਦੋਸ਼ ਕਿਸੇ ਹੋਰ ਦੇ ਸਿਰ ਤੇ ਮੜ੍ਹ ਦੇਵਾਂ, ਇਹ ਸਤਿਗੁਰੂ ਨੂੰ ਚੰਗਾ ਨਹੀਂ ਲੱਗਦਾ। ਇਹ ਪਾਤਸ਼ਾਹ ਜੀ ਨੂੰ ਬਿਲਕੁਲ ਵੀ ਭਾਉਂਦਾ ਨਹੀਂ। ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਕੇ ਸਮਝਾ ਰਹੇ ਹਨ ਕਿ ਇਸ ਤਰ੍ਹਾਂ ਦਾ ਸੁਭਾਅ ਨਾ ਬਣਾ ਲਵੀਂ ਆਪਣਾ, ਕਿ ਮਾੜਾ ਕੰਮ ਵੀ ਕਰੇ ਤੇ ਮੰਨੇ ਵੀ ਨਾ। ਭਰਮਾਰ ਹੈ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੇ ਮਨੁੱਖਾਂ ਦੀ ਕਿ ਹਰ ਰੋਜ਼ ਮਾੜਾ ਕੰਮ ਕਰਦੇ ਨੇ। ਨਿੰਦਿਆ, ਚੁਗਲੀ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਦੇ ਵਿੱਚ ਭਰੇ ਹੋਏ ਵੀ ਕਹਿ ਰਹੇ ਨੇ ਕਿ ਅਸੀਂ ਤਾਂ ਕੁਝ ਮਾੜਾ ਕੀਤਾ ਹੀ ਨਹੀਂ, ਮੈਂ ਚੰਗਾ ਹਾਂ, ਦੂਸਰੇ ਦਾ ਮੈਨੂੰ ਕੁਝ ਨਹੀਂ ਪਤਾ, ਮੈਂ ਚੰਗਾ ਹਾਂ। ਸਤਿਗੁਰੂ ਸਾਹਿਬ ਮਹਾਰਾਜ ਜੀ ਇਹੀ ਚੀਜ਼ ਜਿਹੜੀ ਹੈ ਸਾਡੇ ਦਿਮਾਗ ਵਿੱਚੋਂ ਬਾਹਰ ਕੱਢਣਾ ਚਾਹੁੰਦੇ ਨੇ। ਤੇ ਮਹਾਰਾਜ ਕਹਿਣ ਲੱਗੇ, ਕਤਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋ। ਕਿਸੇ ਨੂੰ ਦੋਸ ਨਾ ਦਵੀਂ, ਦੱਦਾ ਦੋਸ ਨਾ ਦੇਊ ਕਾਹੇ। ਦੋਸ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ। ਦੋਸ ਨਾ ਦੀਜੈ ਅਵਰ ਜਨਾ, ਜੋ ਮੈਂ ਕੀਤਾ ਉਹੀ ਮੈਨੂੰ ਪ੍ਰਾਪਤ ਹੋਣਾ। ਸਮਾਜ ਦਾ ਵੀ ਇੱਕ ਨਿਯਮ ਹੈ, ਕਾਨੂੰਨ ਹਰ ਦੇਸ਼ ਦੇ ਵਿੱਚ ਬਣਿਆ ਹੋਇਆ, ਤੇ ਹਰ ਦੇਸ਼ ਦਾ ਕਾਨੂੰਨ ਜਿਹੜਾ ਹੈ, ਜਿਹਨੇ ਮਾੜਾ ਕੰਮ ਕੀਤਾ ਹੁੰਦਾ, ਕੋਈ ਕਤਲ ਕਰ ਦੇਵੇ ਤੇ ਉਹਦੀ ਸਜ਼ਾ ਕਾਨੂੰਨ ਉਹਨੂੰ ਹੀ ਦਿੰਦਾ। ਭਾਵੇਂ ਸਮਾਜ ਦੇ ਵਿੱਚ ਮਨੁੱਖ ਝੂਠ ਬੋਲ ਕੇ ਬਚ ਜਾਵੇ, ਝੂਠੀਆਂ ਗਵਾਹੀਆਂ, ਰਿਸ਼ਵਤਾਂ, ਕਿਉਂਕਿ ਸਤਿਗੁਰੂ ਨੇ ਇਹਨਾਂ ਚੀਜ਼ਾਂ ਤੋਂ ਸਾਨੂੰ ਵਰਜਿਆ। ਝੂਠੀ ਗਵਾਹੀ, ਰਿਸ਼ਵਤ ਖੋਰੀ, ਇਸ ਤਰ੍ਹਾਂ ਦੇ ਕੁਕਰਮ ਜਿਹੜੇ ਨੇ, ਇਹ ਕਰਕੇ ਵੀ ਮਨੁੱਖ ਜਿਹੜਾ ਹੈ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਸੱਚਾ ਹਾਂ। ਮਹਾਰਾਜ ਕਹਿੰਦੇ ਨੇ ਨਹੀਂ, ਕਿਉਂ ਧੋਖਾ ਦਿੰਦਾ ਪਿਆ ਆਪਣੇ ਆਪ ਨੂੰ। ਰੱਬ ਨੂੰ ਧੋਖਾ ਕਦੀ ਦੇ ਨਹੀਂ ਸਕਦਾ, ਪਰ ਆਪਣੇ ਆਪ ਨੂੰ ਤੇ ਦੇ ਰਿਹਾ ਨਾ, ਆਪਣੇ ਆਪ ਨੂੰ ਦੇ ਰਿਹਾ। ਮਹਾਰਾਜ ਕਹਿਣ ਲੱਗੇ, ਦੋਸ਼ ਤੇਰਾ ਹੈ ਤੇ ਸਜ਼ਾ ਵੀ ਤੈਨੂੰ ਹੀ ਮਿਲਣੀ ਹੈ, ਕਿਸੇ ਦੂਜੇ ਨੂੰ ਨਹੀਂ ਮਿਲਣੀ। ਦੋਸ਼ ਤੂੰ ਕੀਤਾ, ਮਾੜਾ ਕੰਮ ਤੂੰ ਕੀਤਾ, ਤੇ ਇਹਦੀ ਸਜ਼ਾ ਵੀ ਤੈਨੂੰ ਪ੍ਰਾਪਤ ਹੋਣੀ। ਜੇ ਤੂੰ ਕਵੇਂ ਕਿ ਕਿਸੇ ਹੋਰ ਨੂੰ ਸਜ਼ਾ ਮਿਲ ਜਾਵੇ, ਨਹੀਂ,
ਇਹ ਨਹੀਂ ਹੋ ਸਕਦਾ। ਤੇ ਫਿਰ ਸਤਿਗੁਰੂ ਜੀ ਅਸੀਂ ਕੀ ਕਰੀਏ? ਤੇ ਬਾਣੀ 'ਚ ਮਹਾਰਾਜ ਬੜੇ ਪਿਆਰ ਨਾਲ ਕਹਿੰਦੇ ਨੇ, ਸਮਝਾਉਂਦੇ ਹਨ ਕਿ ਆਪਣੇ ਦਾਤੇ ਦੇ ਕੋਲੋਂ ਪ੍ਰਭ ਪਾਸ ਜਨ ਕੀ ਅਰਦਾਸ, ਤੂੰ ਸੱਚਾ ਸਾਈਂ ਤੂੰ ਰਖਵਾਲਾ, ਸਦਾ ਸਦਾ ਹਉ ਤੁਧ ਧਿਆਈ। ਮਹਾਰਾਜ ਕਹਿੰਦੇ ਨੇ ਫਿਰ ਆਪਣੇ ਦਾਤੇ ਦੇ ਚਰਨਾਂ 'ਚ ਬੇਨਤੀ ਕਰ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰ। ਸਾਧ ਸੰਗਤ ਜੀ, ਗੁਰਬਾਣੀ ਸਾਡੇ ਜੀਵਨ ਦੀ ਸੁਚੱਜੀ ਅਗਵਾਈ ਕਰਦੀ ਹੈ। 100 ਪਾਠ ਜਪਜੀ ਸਾਹਿਬ ਜੀ ਦਾ ਪੜ੍ਹ ਕੇ ਵੀ ਜੇ ਸੁਭਾਅ ਮੇਰਾ ਨਹੀਂ ਬਦਲਿਆ, ਤੇ ਫਿਰ ਮੈਂ ਬਾਣੀ ਪੜ੍ਹੀ ਹੈ, ਪਰ ਇੱਕ ਕਰਮ ਮੈਂ ਜ਼ਰੂਰ ਚੰਗਾ ਕੀਤਾ ਕਿ ਮੈਂ ਬਾਣੀ ਪੜ੍ਹੀ ਹੈ ਬਹਿ ਕੇ, ਔਰ ਪੜ੍ਹਨੀ ਵੀ ਚਾਹੀਏ। ਸਿੱਖ ਭਾਵੇਂ ਹਜ਼ਾਰਾਂ ਪਾਠ ਰੋਜ਼ ਕਰੇ, ਉਹ ਵੀ ਥੋੜ੍ਹੇ ਨੇ, ਪਰ ਉਹਨਾਂ 100 ਦੇ ਵਿੱਚੋਂ ਜੇ ਇੱਕ ਵੀ ਅੱਖਰ ਹਿਰਦੇ 'ਚ ਨਹੀਂ ਵਸਿਆ ਨਾ, ਤੇ ਫਿਰ ਬੈਠਣ ਦਾ ਫਾਇਦਾ ਨਹੀਂ ਹੋਣਾ। ਕਿਉਂਕਿ ਗੁਰੂ ਨੂੰ ਬਾਹਰੀ ਦਿਖਾਵੇ ਚੰਗੇ ਨਹੀਂ ਲੱਗਦੇ। ਸਤਿਗੁਰੂ ਨੂੰ ਅੰਦਰ ਦਾ ਜਿਹੜਾ ਸ਼ਾਂਤ ਹਿਰਦਾ ਹੈ, ਅੰਦਰ ਦਾ ਜਿਹੜਾ ਮਨ ਤੇਰਾ ਹੈ, ਉਹ ਚੰਗਾ ਲੱਗਦਾ ਹੈ। ਗੁਰੂ ਨੂੰ ਤੇਰਾ ਸੁੱਚਾ ਤੇ ਸੱਚਾ ਮਨ ਚੰਗਾ ਲੱਗਦਾ ਹੈ। ਤੇ ਸਤਿਗੁਰੂ ਮਹਾਰਾਜ ਤਾਂ ਹੀ ਕਹਿ ਰਹੇ ਹਨ, ਕਰਮ ਚੰਗਾ ਕਰੀ, ਮਾੜਾ ਕਰਮ ਨਾ ਕਰੀ। ਹੁਣ ਮਾੜਾ ਕਰਮ ਅਸੀਂ ਕਿਵੇਂ ਕਰਦੇ ਹਾਂ? ਸਵੇਰ ਤੋਂ ਸ਼ਾਮ ਤੱਕ ਮਹਾਰਾਜ ਜੀ ਨੇ ਆਖਿਆ ਹੈ ਨਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ, ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ। ਇਹ ਹੈ ਚੰਗਾ ਕਰਮ। ਸਿੱਖ ਉੱਠੇ ਅੰਮ੍ਰਿਤ ਵੇਲੇ, ਉੱਠ ਕੇ ਬਾਣੀ ਪੜ੍ਹੇ, ਇਸ਼ਨਾਨ ਕਰੇ। ਇਸ਼ਨਾਨ ਪਹਿਲਾਂ ਤਨ ਦਾ ਕਰੇ, ਫਿਰ ਬਾਣੀ ਦੇ ਨਾਲ ਮਨ ਦਾ ਕਰੇ, ਤੇ ਫਿਰ ਨਾਮ ਜਪੇ, ਵਾਹਿਗੁਰੂ ਮੰਤਰ ਦਾ ਸਿਮਰਨ ਕਰੇ। ਤੇ ਵਾਹਿਗੁਰੂ ਮੰਤਰ ਦਾ ਸਿਮਰਨ ਜਿਵੇਂ ਮਨ ਨੂੰ ਚੰਗਾ ਲੱਗਦਾ ਉਸ ਤਰ੍ਹਾਂ ਕਰੀ ਜਾਵੇ। ਬਸ ਵਾਹਿਗੁਰੂ ਜੀਭ ਬੋਲੇ ਤੇ ਕੰਨ ਸੁਣਨ, ਤਾਂ ਕਿ ਹਿਰਦੇ ਦੇ ਵਿੱਚ ਵਸ ਜਾਵੇ। ਸਾਡੀ ਜੀਭ ਜੋ ਬੋਲਦੀ ਹੈ ਨਾ, ਉਹ ਸਾਡਾ ਕੰਨ ਸੁਣਦਾ। ਤੇ ਜਦੋਂ ਜੀਭ ਬੋਲੇਗੀ, ਕੰਨ ਸੁਣਨਗੇ, ਤੇ ਹਿਰਦਾ ਜਿਹੜਾ ਹੈ, ਮਨ ਜਿਹੜਾ ਹੈ, ਉਹਨੇ ਆਪਣੇ ਆਪ ਉਹਨੂੰ ਐਕਸੈਪਟ ਕਰੀ ਜਾਣਾ, ਉਹਨੂੰ ਆਪਣੇ ਅੰਦਰ ਪਕੜੀ ਜਾਣਾ। ਜਿਹੜੀ ਬੁਰਕੀ ਭੋਜਨ ਦੀ ਢਿੱਡ ਦੇ ਵਿੱਚ ਚਲੀ ਗਈ, ਉਸੇ ਬੁਰਕੀ ਦੇ ਵਿੱਚੋਂ ਖੂਨ ਬਣਦਾ। ਜਿਹੜੀ ਬੁਰਕੀ ਮੂੰਹ ਦੇ ਵਿੱਚ ਪਾ ਕੇ ਬਾਹਰ ਸੁੱਟ ਦਿੱਤੀ, ਉਹਦੇ 'ਚੋਂ ਖੂਨ ਨਹੀਂ ਬਣਦਾ, ਉਹਦੇ ਵਿੱਚੋਂ ਸਰੀਰ ਵਾਸਤੇ ਤਾਕਤ ਨਹੀਂ ਬਣਦੀ। ਮਹਾਰਾਜ ਕਹਿੰਦੇ ਨੇ, ਇਹੋ ਜਿਹਾ ਕਰਮ ਕਰ, ਮਾੜਾ ਨਾ ਕਰ, ਚੰਗਾ ਕਰਮ ਕਰ। ਚੰਗਾ ਕਰਮ ਤੇਰੇ ਅੰਦਰ ਜਾਏਗਾ, ਉਹ ਤੇਰੇ ਸਰੀਰ ਨੂੰ ਵੀ ਤੇ ਤੇਰੇ ਮਨ ਨੂੰ ਵੀ ਤਾਕਤ ਦੇਵੇਗਾ। ਤਾਂ ਹੀ ਤਾਂ ਮਹਾਰਾਜ ਕਹਿੰਦੇ ਨੇ, ਦੱਦਾ ਹੈ ਦੋਸ ਨਾ ਦੇਊ ਕਾਹੇ। ਹੁਣ ਮੇਰੇ ਪਤਾ ਹੈ ਸਰੀਰ ਨੂੰ 2 ਰੋਟੀਆਂ ਦੀ ਲੋੜ ਹੈ, 2 ਪ੍ਰਸ਼ਾਦਿਆਂ ਦੀ ਲੋੜ, ਤੇ ਖਾ ਲਵਾਂ 10 ਧੱਕੇ ਦੇ ਨਾਲ, ਤੇ ਫਿਰ ਢਿੱਡ ਮੋਟਾ ਹੀ ਹੋਣਾ, ਫਿਰ ਬਿਮਾਰੀਆਂ ਲੱਗਣੀਆਂ। ਜਾਂ ਮੈਂ ਆਪਣੇ ਸਰੀਰ ਦੇ ਵਿੱਚ ਇਹੋ ਜਿਹੇ ਪਦਾਰਥ ਪਾ ਲਵਾਂ, ਸ਼ਰਾਬ ਵਰਗੇ, ਇਹੋ ਜਿਹੇ ਪਦਾਰਥ ਪਾ ਲਵਾਂ, ਨਸ਼ੇ ਵਰਗੇ, ਜਿਨ੍ਹਾਂ ਦਾ ਸਤਿਗੁਰੂ ਸਾਹਿਬ ਜੀ ਨੇ ਖੁੱਲ੍ਹੇ ਲਫ਼ਜ਼ਾਂ ਦੇ ਵਿੱਚ ਬਾਈਕਾਟ ਵਿਰੋਧ ਕੀਤਾ। ਮਹਾਰਾਜ ਨੇ ਇਹਨਾਂ ਨੂੰ, ਸਿੱਖ ਨੂੰ, ਇਹਨਾਂ ਤੋਂ ਕਿਤੇ ਦੂਰ ਰਹਿਣ ਦੀ ਹਦਾਇਤ ਦਿੱਤੀ ਹੈ। ਤੇ ਫਿਰ ਮਹਾਰਾਜ ਕਹਿੰਦੇ ਨੇ, ਇਹੋ ਜਿਹਾ ਕਰਮ ਕਰਕੇ ਸਰੀਰ ਨੂੰ ਲੱਗ ਜਾਣ ਬਿਮਾਰੀਆਂ, ਤੇ ਮਨ ਨੂੰ ਵੀ ਲੱਗ ਜਾਣ ਬਿਮਾਰੀਆਂ। ਮਨ ਕਾਮੀ ਬਿਰਤੀ ਵਾਲਾ ਹੋ ਜਾਵੇ, ਮਨ ਕ੍ਰੋਧੀ ਬਿਰਤੀ ਵਾਲਾ ਹੋ ਜਾਵੇ, ਲੋਭੀ ਬਣ ਜਾਵੇ, ਤੇ ਦੋਸ਼ ਦਵੇਂ ਤੂੰ ਦੂਜਿਆਂ ਨੂੰ। ਹੁਣ ਸ਼ਰਾਬੀ ਪੀਂਦਾ, ਤੇ ਜਦੋਂ ਨਾਲੀ ਦੇ ਵਿੱਚ ਡਿੱਗ ਜਾਵੇ ਤੇ ਦੋਸ਼ ਕੰਪਨੀ ਨੂੰ ਦਵੇ, ਫਿਰ ਕੰਪਨੀ ਦਾ ਦੋਸ਼ ਤੇ ਨਹੀਂ ਨਾ, ਦੋਸ਼ ਤਾਂ ਤੇਰੇ ਪੀਣ ਵਾਲੇ ਦਾ, ਜਿਹਨੇ ਮਾੜੀ ਚੀਜ਼ ਪੀਤੀ। ਤੂੰ ਪੀਵੇਂ ਨਾ, ਕੰਪਨੀਆਂ ਤੇ ਆਪੇ ਬੰਦ ਹੋ ਜਾਣੀਆਂ। ਮਹਾਰਾਜ ਕਹਿੰਦੇ ਨੇ, ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਦੋਸ਼ ਕਿਸੇ ਨੂੰ ਨਾ ਦਵੀਂ ਭਾਈ, ਦੋਸ਼ ਤਾਂ ਤੇਰਾ ਹੈ। ਤੇ ਸਾਧ ਸੰਗਤ ਜੀ, ਅਸੀਂ ਗੁਰਦੁਆਰੇ ਸਾਹਿਬ ਜਾਂ ਘਰ ਬਹਿ ਕੇ ਬਾਣੀ ਪੜ੍ਹਦੇ ਇਸੇ ਕਰਕੇ ਆ ਕਿ ਸਾਡੇ ਕਰਮ ਬਦਲ ਜਾਣ। ਸਭ ਤੋਂ ਪਹਿਲਾਂ ਕਰਮ ਸਾਡੇ ਬਾਹਰੀ ਬਦਲਦੇ ਨੇ, ਜਿਹੜੇ ਅਸੀਂ ਹਰ ਰੋਜ਼ ਕਰਦੇ ਹਾਂ। ਉੱਠਣ ਦਾ ਸਮਾਂ ਸਾਡਾ ਬਦਲਦਾ ਹੈ, ਬਾਣੀ ਪੜ੍ਹਨ ਨੂੰ ਦਿਲ ਕਰਦਾ ਹੈ ਜਦੋਂ ਅਸੀਂ ਸਤਿਗੁਰੂ ਜੀ ਦੇ ਹੁਕਮ ਨੂੰ ਮੰਨਦੇ ਹਾਂ। ਜਦੋਂ ਬਾਣੀ ਪੜ੍ਹਦੇ ਹਾਂ, ਫਿਰ ਬਾਣੀ ਪੜ੍ਹਦਿਆਂ ਸਰੀਰ ਦੇ ਕਰਮ ਬਦਲਦੇ ਨੇ ਪਹਿਲਾਂ, ਤੇ ਫਿਰ ਹੌਲੀ ਹੌਲੀ ਮਨ ਦੇ ਕਰਮ ਬਦਲਦੇ ਨੇ। ਤੇ ਅੱਜ ਸਾਡੇ ਕੁਝ ਪ੍ਰਚਾਰਕ ਕਹਿੰਦੇ ਨੇ ਕਿ ਤੋਤਾ ਰਟਨ ਨਾ ਕਰੋ, ਬਹੁਤੀਆਂ ਬਾਣੀਆਂ ਪੜ੍ਹਨ ਦਾ ਕੋਈ ਫਾਇਦਾ ਨਹੀਂ। ਨਹੀਂ ਪਿਆਰਿਓ, ਬਾਣੀ ਬਾਰ-ਬਾਰ ਪੜ੍ਹੋ। ਜਦੋਂ ਨਵੀਂ ਗੱਡੀ ਚਲਾਉਣੀ ਸਿੱਖੋ ਨਾ, ਤੇ ਉਹ ਵੱਜਦੀ ਵੀ ਹੈ। ਉਹਨੂੰ ਚਲਾਉਣ ਵਾਸਤੇ ਕਈ ਦਿਨ ਦੀਆਂ ਕਲਾਸਾਂ ਲੈਣੀਆਂ ਪੈਂਦੀਆਂ, ਤੇ ਕਲਾਸਾਂ ਲੈਣ ਤੋਂ ਬਾਅਦ ਵਿੱਚ ਉਹ ਗੱਡੀ ਜਿਹੜੀ ਹੈ ਚਲਾਉਣੀ ਜਦੋਂ ਆ ਜਾਵੇ,
ਤੇ ਉਸ ਵੇਲੇ ਫਿਰ ਹਰ ਇੱਕ ਬੰਦਾ ਜਿਹੜਾ ਡਰਾਈਵਰ ਬਣ ਜਾਂਦਾ ਉਸ ਵੇਲੇ, ਜਿਹਨੂੰ ਆ ਗਈ, ਉਹ ਬੜਾ ਬੇਫਿਕਰ ਹੋ ਕੇ ਚਲਾਉਂਦਾ। ਫਿਰ ਉਹਨੂੰ ਪਤਾ ਲੱਗ ਜਾਂਦਾ ਕਿ ਇਹਦੇ ਗੇਅਰ ਕਿੱਦਾਂ ਪੈਣੇ, ਇਹਦਾ ਕਲੱਚ ਕਿਵੇਂ ਛੱਡਣਾ। ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਹਰ ਰੋਜ਼ ਪੜ੍ਹ ਸਿੱਖਾ, ਬਾਰੰਬਾਰ ਪੜ੍ਹ, ਬਾਰੰਬਾਰ ਬਾਰ ਹਰ ਜਪੀਏ। ਬਾਰੰਬਾਰ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਜਪ, ਤੇ ਜਪਦਿਆਂ ਜੇ ਤੂੰ 10 ਪਾਠ ਕਰ ਲਏ, 10 ਵਿੱਚੋਂ ਕਿਤੇ ਇੱਕ ਪਾਠ ਦਾ ਵੀ ਕਿਣਕਾ ਤੇਰੇ ਹਿਰਦੇ 'ਚ ਵਸ ਗਿਆ, ਤੇਰਾ ਜੀਵਨ ਸੁਧਰ ਜਾਣਾ। ਤੇ ਜੇ ਤੂੰ ਕੀਤਾ ਹੀ ਨਾ ਇੱਕ, ਤੂੰ ਇੱਕ ਵੀ ਨਾ ਕੀਤਾ, ਹਾਂ ਇੱਕ ਤੂੰ ਕਿਤੇ ਬੜੇ ਸ਼ਾਂਤ ਹਿਰਦੇ ਨਾਲ ਬਹਿ ਕੇ ਕਰ ਲਿਆ, ਫਿਰ ਤੇ ਤੈਨੂੰ ਇੱਕ ਦਾ ਵੀ 10 ਵਰਗਾ ਫਾਇਦਾ। ਪਰ ਸਾਡੇ ਕੋਲੋਂ ਇੱਕ ਵੀ ਨਹੀਂ ਹੁੰਦਾ, 10 ਦੀ ਤਾਂ ਗੱਲ ਦੂਰ, ਸਾਡੇ ਕੋਲੋਂ ਇੱਕ ਵੀ ਨਹੀਂ ਹੁੰਦਾ। ਮਹਾਰਾਜ ਕਹਿੰਦੇ ਨੇ ਆਪਣੇ ਕਰਮ ਚੇਂਜ ਕਰ, ਆਪਣੇ ਕੰਮ ਕਾਰ ਨੂੰ ਬਦਲ, ਭਾਵ ਆਪਣੇ ਸੁਭਾਅ ਨੂੰ ਬਦਲ, ਆਪਣੇ ਮਨ ਨੂੰ ਬਦਲ, ਆਪਣੇ ਮਨ ਨੂੰ ਗੁਰੂ ਚਰਨਾਂ ਵਿੱਚ ਲੈ ਕੇ ਆਇਆ ਕਰ, ਦਰਸ਼ਨਾਂ ਦੀ ਤਾਂਘ ਰੱਖਿਆ ਕਰ ਸਤਿਗੁਰੂ ਜੀ ਦੇ ਮਨਾਂ ਵਿੱਚ। ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਮੈਨੂੰ ਚੈਨ ਨਹੀਂ ਆਉਂਦਾ, ਇਸ ਤਰ੍ਹਾਂ ਆਪਣੇ ਮਨ ਨੂੰ ਸਮਝਾਇਆ ਕਰ। ਤੇ ਜਦੋਂ ਇਸ ਤਰ੍ਹਾਂ ਦਾ ਕਰਮ ਬਣਾ ਲਿਆ, ਇਸ ਤਰ੍ਹਾਂ ਦਾ ਸੁਭਾਅ ਬਣਾ ਲਿਆ ਕਿ ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਚੱਲੈ ਜੀਓ, ਤੇ ਫਿਰ ਸਤਿਗੁਰੂ ਜੀ ਕਿਰਪਾ ਕਿਉਂ ਨਹੀਂ ਕਰਨਗੇ, ਫਿਰ ਕਿਉਂ ਨਹੀਂ ਰਹਿਮਤਾਂ ਦੀ ਬਾਰਿਸ਼ ਮਹਾਰਾਜ ਕਰਨਗੇ, ਜਿਹੜਾ ਬਿਨ ਬੋਲਿਆ ਹੀ ਸਾਨੂੰ ਸਭ ਕੁਝ ਦਈ ਜਾ ਰਿਹਾ, ਬਿਨ ਮੰਗਿਆ ਹੀ ਸਭ ਕੁਝ ਦਈ ਜਾ ਰਿਹਾ। ਤਾਂ ਜਦੋਂ ਸਿੱਖ ਉਹਦੇ ਸਾਹਮਣੇ ਆ ਕੇ ਦਾਤੇ ਦੇ ਚਰਨਾਂ 'ਚ ਬੇਨਤੀ ਕਰੇਗਾ, ਜਦੋਂ ਸਤਿਗੁਰੂ ਜੀ ਦਾ ਪਰਮ ਸਿੱਖ ਬਣ ਜਾਏਗਾ, ਪਿਆਰਾ ਸਿੱਖ ਬਣ ਜਾਏਗਾ। ਪਿਆਰੇ ਤੋਂ ਭਾਵ ਹੈ ਜਿਹੜਾ ਗੁਰੂ ਦੇ ਹੁਕਮ ਨੂੰ ਮੰਨਣ ਲੱਗ ਪਿਆ, ਜਿਹਨੇ ਆਪਣੇ ਕਰਮ ਬਦਲ ਲਏ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਪੜ੍ਹ ਕੇ, ਜਿਹੜਾ ਦੂਜਿਆਂ ਨੂੰ ਦੋਸ਼ ਦੇਣੋਂ ਹਟ ਗਿਆ। ਅੱਜ ਬਹੁਤੇ ਦੂਜਿਆਂ ਨੂੰ ਦੋਸ਼ ਦੇਈ ਜਾਂਦੇ ਨੇ, ਮੈਂ ਚੰਗਾ, ਉਹਨੇ ਇਸ ਤਰ੍ਹਾਂ ਕੀਤਾ, ਉਹਨੇ ਮੈਨੂੰ ਐਵੇਂ ਕਿਹਾ। ਨਹੀਂ ਪਿਆਰਿਓ, ਜਦੋਂ ਬਾਣੀ ਪੜ੍ਹ ਲਈਏ ਨਾ, ਤੇ ਕਦੇ ਵੀ ਦੂਜੇ ਨੂੰ ਦੋਸ਼ ਦੇਣ ਨੂੰ ਦਿਲ ਹੀ ਨਹੀਂ ਕਰਦਾ। ਉਦੋਂ ਤੇ ਇਸ ਤਰ੍ਹਾਂ ਦੀ ਅਵਸਥਾ ਬਣ ਜਾਂਦੀ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਉਦੋਂ ਇਸ ਤਰ੍ਹਾਂ ਦੀ ਅਵਸਥਾ ਬਣ ਜਾਂਦੀ। ਪਰ ਇਹ ਬਹੁਤ ਗੁਰੂ ਦੀ ਰਹਿਮਤ ਨਾਲ ਬਣਦੀ ਹੈ, ਪਰ ਬਣ ਜਾਂਦੀ ਹੈ ਜੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ 'ਚ ਸਿੱਖ ਬੇਨਤੀ ਕਰੇ। ਤਾਂ ਹੀ ਤਾਂ ਮਹਾਰਾਜ ਕਹਿੰਦੇ ਨੇ, ਜੇ ਤੂੰ ਆਪਣੇ ਕਰਮ ਚੇਂਜ ਕਰੇਗਾ। ਅਸੀਂ ਕਹਿੰਦੇ ਹਾਂ ਸਾਡਾ ਆਹ ਕੰਮ ਅੜ ਗਿਆ, ਗੁਰੂ ਕਰਦਾ ਨਹੀਂ। ਮੈਂ ਤਾਂ ਬੜੀਆਂ ਅਰਦਾਸਾਂ ਕੀਤੀਆਂ, ਤੇ ਭਾਈ ਤੂੰ ਕਿੰਨਾ ਕੁ ਗੁਰੂ ਦੇ ਕਹੇ ਲੱਗ ਗਿਆ। ਬਾਜਾਂ ਵਾਲੇ ਨੇ ਆਖਿਆ ਸੀ, ਮੇਰਾ ਸਿੱਖ ਅੰਮ੍ਰਿਤਧਾਰੀ ਹੋਵੇ, 5 ਕਕਾਰਾਂ ਦਾ ਧਾਰਨੀ ਹੋਵੇ, ਤੇ 5 ਬਾਣੀਆਂ ਦਾ ਨਿਤਨੇਮੀ ਹੋਵੇ। ਤੇ ਕਿਹੜਾ ਸਿੱਖ ਹੈ ਜਿਹੜਾ 5 ਬਾਣੀਆਂ ਦਾ ਨਿਤਨੇਮੀ ਤੇ 5 ਕਕਾਰਾਂ ਦਾ ਧਾਰਨੀ, ਉਹਨੂੰ ਕੋਈ ਘਾਟ ਹੋਵੇ? ਨਹੀਂ। ਸਤਿਗੁਰੂ ਨੇ ਤੇ ਉਹਨਾਂ ਨੂੰ ਘਾਟ ਨਹੀਂ ਰਹਿਣ ਦਿੱਤੀ ਜਿਹੜੇ ਕਕਾਰਾਂ ਦੇ ਧਾਰਨੀ ਨਹੀਂ, ਨਿਤਨੇਮੀ ਨਹੀਂ। ਤੇ ਪਿਆਰਿਆ, ਜਦੋਂ ਤੂੰ ਨਿਤਨੇਮੀ ਬਣ ਗਿਆ, ਜਦੋਂ ਤੂੰ ਭਲਕੇ ਉਠਾਰ ਨਾਮ ਧਿਆਲੇ ਵਾਲੀ ਅਵਸਥਾ ਨੂੰ ਪ੍ਰਾਪਤ ਕਰ ਲਿਆ, ਤੂੰ ਜਦੋਂ ਅੰਮ੍ਰਿਤ ਵੇਲੇ ਉੱਠਣ ਲੱਗ ਪਿਆ, ਤੇ ਗੁਰੂ ਨੇ ਰਹਿਮਤਾਂ ਕਰ ਦੇਣੀਆਂ ਤੇਰੇ ਤੇ। ਤੂੰ ਇੱਕ ਵਾਰੀ ਗੁਰੂ ਦਾ ਹੁਕਮ ਤੇ ਮੰਨ, ਤੂੰ ਆਪਣਾ ਹੀ ਹੁਕਮ ਮੰਨੀ ਜਾਂਦਾ, ਤੂੰ ਆਪਣੀਆਂ ਹੀ ਮਨਿਆਈਆਂ ਕਰੀ ਜਾਂਦਾ, ਤੇ ਦੋਸ਼ ਫਿਰ ਗੁਰੂ ਨੂੰ ਦੇਈ ਜਾਂਦਾ। ਅਸੀਂ ਸਮਾਜ ਨੂੰ ਦੋਸ਼ ਤੇ ਦਿੰਦੇ ਹਾਂ ਨਾ ਸਾਧ ਸੰਗਤ ਜੀ, ਅਸੀਂ ਗੁਰੂ ਨੂੰ ਬਹੁਤ ਦੋਸ਼ ਦਿੰਦੇ ਹਾਂ। ਸਾਡਾ ਇਹ ਸੁਭਾਅ ਹੀ ਬਣ ਗਿਆ ਕਿ ਅਸੀਂ ਸਤਿਗੁਰੂ ਨੂੰ ਵੀ ਬਖਸ਼ਦੇ ਨਹੀਂ, ਕਿ ਮਾਲਕਾ ਆ ਮੇਰਾ ਕੰਮ ਖਰਾਬ ਹੋ ਗਿਆ, ਤੂੰ ਹੀ ਕੀਤਾ, ਕਿਉਂ ਕੀਤਾ, ਮੈਂ ਕੀ ਮਾੜਾ ਕੀਤਾ। ਪਿਆਰਿਓ, ਨਹੀਂ, ਗੁਰੂ ਕਦੇ ਵੀ ਸਾਡੇ ਕੰਮਾਂ ਦੇ ਵਿੱਚ ਅੜਚਨ ਨਹੀਂ ਆਉਣ ਦਿੰਦਾ, ਉਹ ਤੇ ਸਾਡਾ ਹਰ ਕਾਰਜ ਕਰਦਾ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਤੂੰ ਕਦੋਂ ਬਦਲੇਗਾ, ਤੂੰ ਆਪਣਾ ਸੁਭਾਅ ਕਦੋਂ ਬਦਲੇਗਾ। ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰਦੇ, ਕਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ, ਨਾ ਦਵੀਂ ਦੋਸ ਕਿਸੇ ਨੂੰ, ਕੰਮ ਚੰਗੇ ਕਰੀ, ਤੈਨੂੰ ਦੋਸ਼ ਦੇਣ ਦੀ ਲੋੜ ਹੀ ਨਹੀਂ ਪੈਣੀ। ਤੇ ਜਿਹੜੀ ਅਗਲੀ ਗੱਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖੀ ਹੈ, ਬੜੇ ਹੀ ਕਮਾਲ ਦੀ, ਬੜੀ ਹੀ ਰਹਿਮਤਾਂ ਵਾਲੀ, ਕਤਕ ਕਰਮ ਕਮਾਵਣੇ ਦੋਸ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ। ਹੁਣ ਜੇ ਤੇ ਸਾਨੂੰ ਰੋਗ ਲੱਗੇ ਨੇ, ਤੇ ਫਿਰ ਯਾਦ ਰੱਖਿਓ ਅਸੀਂ ਰੱਬ ਤੋਂ ਭੁੱਲੇ ਹੋਏ ਹਾਂ। ਜੇ ਰੋਗ ਲੱਗੇ ਨੇ, ਜੇ ਸਾਨੂੰ ਬਿਮਾਰੀਆਂ ਲੱਗੀਆਂ ਨੇ, ਜੇ ਸਾਡੇ ਘਰਾਂ ਦੇ ਵਿੱਚ ਕੰਮਕਾਰ ਨਹੀਂ ਸਾਡੇ ਹੋ ਰਹੇ, ਤੇ ਫਿਰ ਸਾਨੂੰ ਰੱਬ ਭੁੱਲਿਆ ਹੋਇਆ। ਇਹ ਸੱਚ ਹੈ, ਜੇ ਗੁਰੂ ਨੇ ਆਖਿਆ ਤਾਂ ਫਿਰ ਸੱਚ ਹੈ। ਔਰ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਆਪਣੇ ਤੇ ਹੰਢਾਈਆਂ ਗੱਲਾਂ ਜਿਹੜੀਆਂ ਨੇ, ਆਪ ਪਾਤਸ਼ਾਹ ਜੀ ਨੇ ਦੁਨੀਆ 'ਚ ਵਿਚਰ ਕੇ ਸਰੀਰ ਰੂਪ ਵਿੱਚ ਆ ਕਰਕੇ ਇਹ ਸਾਰੀਆਂ ਗੱਲਾਂ ਮਹਾਰਾਜ ਨੇ ਸਾਨੂੰ ਸਮਝਾਈਆਂ,
ਪ੍ਰੈਕਟੀਕਲੀ ਕਰ ਕਰਕੇ ਦਿਖਾਈਆਂ। ਤੇ ਮਹਾਰਾਜ ਕਹਿੰਦੇ ਨੇ ਯਾਦ ਰੱਖੀ, ਤੂੰ ਕੰਮ ਮਾੜੇ ਕੀਤੇ, ਰੱਬ ਤੈਨੂੰ ਭੁੱਲ ਗਿਆ ਤਾਂ ਤੈਨੂੰ ਰੋਗ ਲੱਗੇ। ਤੇ ਹੁਣ ਰੋਗ ਜਿਹੜੇ ਤਨ ਤੇ ਮਨ ਦੇ, ਇਹ ਦੋਨਾਂ ਤਰੀਕਿਆਂ ਨਾਲ ਲੱਗਦੇ ਨੇ। ਤਨ ਦੇ ਰੋਗ ਬੇਅੰਤ ਵੱਡੀਆਂ ਵੱਡੀਆਂ ਬਿਮਾਰੀਆਂ, ਇਹ ਰੱਬ ਨੂੰ ਭੁੱਲ ਕੇ ਕਿਵੇਂ ਲੱਗ ਸਕਦੀਆਂ? ਪ੍ਰਮਾਤਮਾ ਨੇ ਹਰ ਇੱਕ ਇਨਸਾਨ ਦਾ ਤੇ ਜਾਨਵਰ ਜੀਵ ਜੰਤੂਆਂ ਦਾ, ਸਾਰਿਆਂ ਵਾਸਤੇ ਮਹਾਰਾਜ ਜੀ ਨੇ ਵੱਖਰਾ ਵੱਖਰਾ ਕਾਇਦਾ ਕਾਨੂੰਨ ਸੈੱਟ ਕੀਤਾ ਹੋਇਆ। ਮਨੁੱਖ ਨੇ ਕੀ ਖਾਣਾ ਪੀਣਾ, ਮਹਾਰਾਜ ਨੇ ਹਰ ਇੱਕ ਚੀਜ਼ ਸਾਡੇ ਲਈ ਮੁਹੱਈਆ ਕਰਾਈ, ਅਵੇਲੇਬਲ ਕਰਾਈ ਹੋਈ ਹੈ। ਜੀਵ ਜੰਤੂਆਂ ਨੇ ਕੀ ਖਾਣਾ, ਉਹਨਾਂ ਦੀ ਵੀ ਹਰ ਇੱਕ ਚੀਜ਼ ਬਣਾ ਕੇ ਰੱਖੀ ਹੈ। ਪੇੜ ਪੌਦਿਆਂ ਨੇ, ਪੰਛੀਆਂ ਨੇ ਕੀ ਖਾਣਾ, ਉਹਨਾਂ ਦੀ ਵੀ ਹਰ ਇੱਕ ਚੀਜ਼ ਬਣਾਈ ਹੈ। ਹੁਣ ਇੱਕ ਆਮ ਜਿਹੀ ਉਦਾਹਰਣ ਹੈ, ਅਸੀਂ ਇਨਸਾਨ ਨੂੰ ਕਹਿੰਦੇ ਹਾਂ ਤੂੰ ਬੰਦਾ ਬਣ ਜਾ, ਬੰਦਿਆਂ ਵਾਲੇ ਕੰਮ ਕਰ। ਕਦੀ ਕੁੱਤੇ ਨੂੰ ਥੋੜ੍ਹੀ ਆਖਿਆ ਤੂੰ ਕੁੱਤਾ ਬਣ ਜਾ, ਕੁੱਤਿਆਂ ਵਾਲੇ ਕੰਮ ਕਰ। ਉਹ ਤਾਂ ਕਰ ਰਿਹਾ, ਉਹਨੂੰ ਤਾਂ ਰੱਬ ਨੇ ਜਿਵੇਂ ਅਕਲ ਦਿੱਤੀ ਉਹ ਕਰ ਰਿਹਾ। ਉਲਟਾ ਇਨਸਾਨ ਨੇ ਕੁੱਤੇ ਨੂੰ ਵੀ ਮਾੜੇ ਕੰਮ ਸਿਖਾ ਦਿੱਤੇ। ਕੁੱਤੇ ਨੂੰ ਵੀ ਜਾਂ ਜਾਨਵਰਾਂ ਨੂੰ ਵੀ ਆਪਣੇ ਹੁਕਮ ਦੇ ਵਿੱਚ, ਆਪਣੇ ਅਕੋਰਡਿੰਗ ਚਲਾਉਣ ਦੀ ਕੋਸ਼ਿਸ਼ ਕੀਤੀ, ਤੇ ਫਿਰ ਰੋਗ ਤੇ ਲੱਗਣਾ ਹੀ ਸੀ। ਜਿਹੜਾ ਜਾਨਵਰ ਜੰਗਲਾਂ ਵਿੱਚ ਰਹਿਣ ਲਈ ਬਣਿਆ, ਉਹਨੇ ਜੰਗਲ 'ਚ ਹੀ ਰਹਿਣਾ। ਅਸੀਂ ਉਹਨੂੰ ਆਪਣੇ ਘਰ ਦੇ ਵਿੱਚ ਪਾਲਤੂ ਬਣਾ ਲਿਆ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਣੀ ਦੇ ਵਿੱਚ ਇਸੇ ਕਰਕੇ ਸਾਨੂੰ ਸਾਡੀ ਬਿਰਤੀ ਜਿਹੜੀ ਹੈ ਉਹ ਕਦੀ ਕੁੱਤੇ ਦੇ ਨਾਲ, ਕਦੀ ਗਧੇ ਦੇ ਨਾਲ, ਇਸ ਤਰ੍ਹਾਂ ਬੇਅੰਤ ਤਰੀਕਿਆਂ ਨਾਲ ਜੋੜ ਦਿੰਦੇ ਨੇ, ਕਿਉਂਕਿ ਮਨੁੱਖਾਂ ਦੀ ਬਿਰਤੀ ਇਹੋ ਜਿਹੀ ਬਣ ਗਈ। ਮਹਾਰਾਜ ਕਹਿੰਦੇ ਨੇ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਤਨ ਦੇ ਰੋਗ ਲੱਗਦੇ ਨੇ, ਮਨ ਦੇ ਰੋਗ ਲੱਗਦੇ ਨੇ। ਤਨ ਕਰਕੇ ਕਿੰਨੀਆਂ ਬਿਮਾਰੀਆਂ ਕਮਾ ਲਈਆਂ, ਕਿਉਂਕਿ ਸਾਡਾ ਖਾਣਾ ਪੀਣਾ ਗਲਤ ਹੋ ਗਿਆ, ਸਾਡਾ ਪਹਿਨਣ ਗਲਤ ਹੋ ਗਿਆ, ਸਾਡਾ ਵਿਚਰਨਾ ਗਲਤ ਹੋ ਗਿਆ ਸਮਾਜ ਦੇ ਵਿੱਚ। ਤੇ ਮਹਾਰਾਜ ਨੇ ਤੇ ਆਖਿਆ ਸੀ, ਬਾਬਾ ਉਹ ਖਾਣਾ ਖੁਸ਼ੀ ਖੁਆਰ, ਜਿਤ ਖਾਧੈ ਤਨ ਪੀੜੀਐ, ਮਨ ਮਹਿ ਚਲੈ ਵਿਕਾਰ। ਉਹ ਹਰ ਇੱਕ ਖਾਣਾ ਖੁਸ਼ੀ ਖੁਆਰ, ਉਹ ਹਰ ਇੱਕ ਖਾਣਾ ਜਿਹੜਾ ਤੇਰੇ ਅੰਦਰ ਵਿਕਾਰਾਂ ਨੂੰ ਜਨਮ ਦੇ ਦੇਵੇ, ਉਹ ਖਾਣਾ ਤੇਰੇ ਲਈ ਬਣਿਆ ਨਹੀਂ। ਪਰ ਅੱਜ ਤੇ ਅਸੀਂ ਕਹਿੰਦੇ ਹਾਂ ਵੀ ਅਸੀਂ ਆਹ ਵੀ ਖਾ ਲਈਏ, ਅਸੀਂ ਉਹ ਵੀ ਖਾ ਲਈਏ। ਗੱਲ ਖਾਣ ਦੀ ਨਹੀਂ ਹੈ, ਗੱਲ ਖਾਣ ਦੀ ਨਹੀਂ ਹੈ, ਗੱਲ ਹੈ ਗਲਤ ਤਰੀਕੇ ਦੇ ਨਾਲ ਖਾਣ ਦੀ, ਗਲਤ ਚੀਜ਼ਾਂ ਖਾਣ ਦੀ। ਢਿੱਡ ਲਾਇਆ ਮਹਾਰਾਜ ਨੇ ਤੇ ਢਿੱਡ 'ਚ ਕੁਝ ਨਾ ਕੁਝ ਪਾਉਣਾ ਹੀ ਪੈਣਾ। ਤੇ ਬੜੀਆਂ ਚੀਜ਼ਾਂ ਸਤਿਗੁਰੂ ਨੇ ਸਾਡੇ ਵਾਸਤੇ ਬਣਾਈਆਂ। ਸੋ ਇਹਨਾਂ ਚੀਜ਼ਾਂ ਦੇ ਨਾਲ ਅਸੀਂ ਆਪਣੇ ਤਨ ਨੂੰ ਰੋਗੀ ਕਰ ਲਿਆ। ਕਿਉਂ ਕੀਤਾ? ਰੱਬ ਨੂੰ ਭੁਲਾ ਕੇ। ਸਾਡੇ ਖਾਣ ਦੇ ਵਿੱਚ ਵੀ ਰੱਬ ਦਾ, ਪਰਮਾਤਮਾ ਵਾਹਿਗੁਰੂ ਦੀ ਯਾਦ ਦਾ, ਉਹਦੇ ਹੁਕਮਾਂ ਦਾ ਬੜਾ ਸੰਬੰਧ ਹੈ। ਮਾਲਕ ਨੇ ਬਾਣੀ ਦੇ ਵਿੱਚ ਵੀ ਖਾਣ ਪੀਣ ਦੇ ਉੱਤੇ ਸਾਨੂੰ ਬੜੀਆਂ ਹਦਾਇਤਾਂ ਕੀਤੀਆਂ ਨੇ, ਪਰ ਅਸੀਂ ਮੰਨਦੇ ਨਹੀਂ, ਕਿਉਂਕਿ ਸਾਨੂੰ ਉਹ ਚੀਜ਼ ਚੰਗੀ ਲੱਗਦੀ ਜਿਹੜੀ ਸਾਡਾ ਮਨ ਕਹਿੰਦਾ ਕਰ ਲੈ। ਅਸੀਂ ਸੰਸਾਰ ਨੂੰ ਮੁੱਖ ਰੱਖ ਕੇ ਚੱਲਦੇ ਹਾਂ, ਨਿਰੰਕਾਰ ਨੂੰ ਨਹੀਂ। ਤਾਂ ਹੀ ਤਾਂ ਰੋਗ ਨੇ। ਪਰਮੇਸ਼ਰ ਤੇ ਭੁੱਲੇ ਹਾਂ, ਨਿਰੰਕਾਰ ਨੂੰ ਮੁੱਖ ਰੱਖਿਆ ਹੀ ਨਹੀਂ, ਗੁਰੂ ਨੂੰ ਅੱਗੇ ਰੱਖਿਆ ਹੀ ਨਹੀਂ, ਮਨਮੁਖ ਬਣ ਗਏ। ਇਸੇ ਤਰ੍ਹਾਂ ਮਨ ਦੇ ਰੋਗ ਨੇ। ਮਨ ਵੀ ਗਲਤ ਚੀਜ਼ਾਂ ਖਾਂਦਾ, ਮਨ ਨਿੰਦਿਆ ਖਾਂਦਾ, ਚੁਗਲੀਆਂ ਖਾਂਦਾ, ਕ੍ਰੋਧ ਖਾਂਦਾ, ਲੋਭ ਖਾਂਦਾ। ਇਸ ਤਰ੍ਹਾਂ ਦੀਆਂ ਬਿਰਤੀਆਂ ਖਾ ਕੇ ਮਨ ਜਿਹੜਾ ਕਾਮੀ ਬਣਿਆ ਰਹਿੰਦਾ, ਤੇ ਫਿਰ ਮਨ ਨੂੰ ਵੀ ਰੋਗ ਲੱਗਦੇ ਨੇ, ਤੇ ਮਨ ਵੀ ਰੱਬ ਤੋਂ ਦੂਰ ਹੋ ਜਾਂਦਾ। ਜਿਹੜਾ ਮਨ ਗੁਰੂ ਦੀ ਜੋਤ ਬਣਨਾ ਸੀ, ਜਿਹੜਾ ਮਨ ਉਸ ਪਰਮ ਪਿਤਾ ਨਿਰੰਕਾਰ ਦੀ ਜੋਤ ਬਣਨਾ ਸੀ, ਉਹ ਮਨ ਜਿਹੜਾ ਹੈ ਰੱਬ ਤੋਂ ਦੂਰ ਹੋ ਗਿਆ। ਰੱਬ ਨੂੰ ਭੁੱਲ ਕੇ, ਪਰਮਾਤਮਾ ਨੂੰ ਭੁੱਲ ਕੇ ਬਿਮਾਰੀਆਂ ਦੀ ਪੰਡ ਬਣ ਕੇ ਰਹਿ ਗਿਆ। ਤੇ ਮਹਾਰਾਜ ਨੂੰ ਕਹਿਣਾ ਪੈ ਗਿਆ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਅੰਤਰੀ ਭਾਵ ਸਤਿਗੁਰੂ ਜੀ ਕਿਰਪਾ ਕਰਦੇ, ਸਿੱਖਾ ਜੇ ਤੇਰੇ ਤਨ ਤੇ ਮਨ ਨੂੰ ਰੋਗ ਲੱਗੇ ਨੇ, ਯਾਦ ਰੱਖੀ ਰੱਬ ਭੁੱਲ ਗਿਆ ਤੈਨੂੰ। ਕਰੋਨਾ ਵਰਗੀ ਵੱਡੀ ਬਿਮਾਰੀ ਆ ਗਈ, ਸਾਰੀ ਦੁਨੀਆ ਨੂੰ ਅਜੇ ਤੱਕ ਇਹਦਾ ਇਲਾਜ ਨਹੀਂ ਲੱਭਿਆ। ਰੱਬ ਭੁੱਲ ਗਿਆ ਦੁਨੀਆ ਨੂੰ, ਰੱਬ ਭੁੱਲ ਗਿਆ ਸਾਰਿਆਂ ਨੂੰ। ਧਾਰਮਿਕ ਅਸਥਾਨਾਂ 'ਤੇ ਕੁਕਰਮ ਹੋ ਰਹੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੇਅਦਬੀ ਹੋ ਰਹੀ ਹੈ, ਰੱਬ ਭੁੱਲ ਗਿਆ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਰੱਬ ਭੁੱਲ ਗਿਆ ਤੇ ਫਿਰ ਯਾਦ ਰੱਖੀ ਬਿਮਾਰੀਆਂ ਵੀ ਤੈਨੂੰ ਇੱਦਾਂ ਦੀਆਂ ਲੱਗਣੀਆਂ ਜਿਹਨਾਂ ਦਾ ਇਲਾਜ ਹੀ ਧਰਤੀ 'ਤੇ ਨਹੀਂ ਲੱਭਣਾ। ਸਤਿਗੁਰੂ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਕਿਰਪਾ ਕਰਕੇ ਅਗਲੀ ਪੰਕਤੀ 'ਚ ਸਮਝਾਇਆ। ਜਿਹੜਾ ਰੱਬ ਤੋਂ ਵੇਮੁਖ ਹੋ ਗਿਆ, ਜਿਹੜਾ ਮਾਲਕ ਤੋਂ ਵੇਮੁਖ ਹੋ ਗਿਆ, ਉਹਨੂੰ ਜਨਮਾਂ ਦੇ ਵਿਜੋਗ ਲੱਗਦੇ ਨੇ,
ਉਹਨੂੰ ਜਨਮਾਂ ਜਨਮਾਂਤਰਾਂ ਦੇ ਵਿਜੋਗ ਭਾਵ 84 ਲੱਖ ਜੂਨ ਜਿਹੜੀ ਹੈ ਗੁਰਬਾਣੀ 'ਚ ਜਿਹਦਾ ਜ਼ਿਕਰ ਆਉਂਦਾ ਹੈ, ਉਹ ਟੇਢੀਆਂ ਮੇਢੀਆਂ ਜੂਨਾਂ ਦੇ ਵਿੱਚ ਭਟਕੇਗਾ, ਪਰ ਤੈਨੂੰ ਮਾਲਕ ਦੇ ਦਰਸ਼ਨ ਦੀਦਾਰ ਨਹੀਂ ਮਿਲਣਗੇ, ਕਿਉਂਕਿ ਮਾਨਸ ਜਨਮ ਦੁਲੱਭ ਹੈ, ਹੋਏ ਨਾ ਬਾਰੈ ਬਾਰ। ਇਹ ਤੇ ਸਤਿਗੁਰ ਨੇ ਦੁਲੱਭ ਜਨਮ ਤੈਨੂੰ ਦਿੱਤਾ ਕਿ ਪ੍ਰਮਾਤਮਾ ਵਾਹਿਗੁਰੂ ਦੇ ਨਾਲ ਇੱਕ ਮਿਕ ਹੋ ਜਾਵੇਂ। ਤੇ ਮਹਾਰਾਜ ਕਹਿੰਦੇ ਨੇ ਜੇ ਰੱਬ ਤੋਂ ਬੇਮੁਖ ਹੋ ਗਿਆ, ਉਸ ਰਵੇਂ ਹੋਏ ਰਾਮ ਤੋਂ ਬੇਮੁਖ ਹੋ ਗਿਆ, ਤੇ ਜਨਮਾਂ ਜਨਮਾਂਤਰਾਂ ਦੇ ਵਿਯੋਗ ਤੈਨੂੰ ਲੱਗ ਜਾਣਗੇ। ਅਗਲੀ ਪੰਕਤੀ 'ਚ ਮਹਾਰਾਜ ਕਿਰਪਾ ਕਰਦੇ, ਖਿਨ ਮਹਿ ਕੌੜੇ ਹੋਏ ਗਏ, ਜਿਤੜੇ ਮਾਇਆ ਭੋਗ। ਮਨੁੱਖ ਬੇਮੁਖ ਕਿਉਂ ਹੋਇਆ? ਮਾਇਆ ਦੇ ਭੋਗਾਂ ਦੇ ਵਿੱਚ ਮਾਇਆ ਦੇ ਭੋਗ ਇਹਨੂੰ ਚੰਗੇ ਲੱਗੇ, ਤਾਂ ਇਹ ਰੱਬ ਤੋਂ ਬੇਮੁਖ ਹੋਇਆ। ਤੇ ਹੁਣ ਮਹਾਰਾਜ ਜੀ ਮਾਇਆ ਦੇ ਭੋਗ ਜਿਹੜੇ ਨੇ, ਸੰਸਾਰ ਦੇ ਰਿਸ਼ਤੇ ਨਾਤੇ, ਮਾਇਆ ਬਾਣੀ ਦੇ ਵਿੱਚ ਬੜਾ ਹੀ ਪਿਆਰਾ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਫਰਮਾਇਆ ਹੈ, ਇਹ ਮਾਇਆ ਜਿਤ ਹਰ ਵਿਸਰੈ। ਸਾਰੀ ਗੱਲ ਮੁਕਾ ਦਿੱਤੀ। ਇਹ ਮਾਇਆ ਜਿਤ ਹਰ ਵਿਸਰੈ। ਸਤਿਗੁਰੂ ਕਹਿੰਦੇ ਨੇ ਉਹ ਹਰ ਚੀਜ਼ ਮਾਇਆ ਹੈ ਜਿਹਦੇ ਨਾਲ ਜੁੜਦੇ ਆ। ਰੱਬ ਦੂਰ ਹੋ ਜਾਵੇ, ਰੱਬ ਨਾ ਪ੍ਰਾਪਤ ਹੋਵੇ, ਰੱਬ ਦੀ ਯਾਦ ਨਾ ਆਵੇ, ਮਾਲਕ ਯਾਦ ਨਾ ਆਵੇ, ਉਹ ਹਰ ਚੀਜ਼ ਮਾਇਆ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਵੀ ਕਹਿੰਦੇ ਨੇ, ਯਾਦ ਰੱਖੀ ਜਿਹੜੀ ਮਾਇਆ ਪਿੱਛੇ ਲੱਗ ਕੇ, ਜਿਹੜੇ ਪਦਾਰਥਾਂ ਪਰਿਵਾਰ ਪਿੱਛੇ ਲੱਗ ਕੇ ਤੂੰ ਪ੍ਰਮਾਤਮਾ ਨੂੰ ਭੁਲਾਇਆ, ਖਿਨ ਮਹਿ ਕੌੜੇ ਹੋਏ ਗਏ। ਇੱਕ ਖਿਨ 'ਚ ਕੌੜੇ ਹੋ ਜਾਣੇ। ਕਿੱਦਾਂ? ਜਦੋਂ ਮਰ ਜਾਣਾ ਨਾ ਅਸੀਂ, ਜਦੋਂ ਸਾਡੇ ਇਸ ਤਨ ਦੇ ਵਿੱਚੋਂ ਆਤਮਾ ਨਿਕਲ ਜਾਣੀ, ਸਾਹ ਨਿਕਲ ਜਾਣੇ, ਉਸ ਵੇਲੇ ਇਸ ਸਰੀਰ ਦੇ ਖੂਨ ਨੇ ਰੁਕ ਜਾਣਾ। ਕੁਝ ਘੰਟਿਆਂ ਦੇ ਵਿੱਚ ਇਹਦੇ 'ਚੋਂ ਬਦਬੂ ਆਉਣ ਲੱਗ ਪੈਣੀ, ਅਤੇ ਉਹ ਬਦਬੂ ਇੰਨੀ ਜ਼ਿਆਦਾ ਹੋਣੀ ਸਾਡੇ ਪਰਿਵਾਰ ਨੇ ਵੀ ਬਰਦਾਸ਼ਤ ਨਹੀਂ ਕਰਨੀ। ਅਤੇ ਸਾਰੇ ਕਹਿੰਦੇ ਆ ਨਾ, ਮਹਾਰਾਜ ਬਾਣੀ 'ਚ ਵੀ ਕਹਿੰਦੇ ਆ, ਕਾਢੋ ਕਾਢੋ ਹੋਈ। ਉਸ ਵੇਲੇ ਤੇ ਭਰਾ ਵੀ ਕਹਿੰਦਾ ਕਿ ਕੱਢ ਦਿਓ। ਘਰ ਦੀ ਇਸਤਰੀ ਜਿਹੜੀ ਹੈ, ਜਿਹਦਾ ਬੜਾ ਨਿਹ ਹੁੰਦਾ, ਉਹ ਵੀ ਕਹਿੰਦੀ ਕੱਢ ਦਿਓ। ਬੱਚੇ ਵੀ ਕਹਿੰਦੇ ਕੱਢ ਦਿਓ। ਜਿੰਨਾ ਮਰਜ਼ੀ ਰੋਂਦੇ, ਮਹਾਰਾਜ ਕਹਿੰਦੇ ਨੇ ਤੁਸੀਂ ਰੋਵੋ ਰੋਵਣ ਆਈਓ, ਝੂਠ ਮੁੱਠੀ ਸੰਸਾਰੇ। ਇਹ ਮਾਇਆ ਦੇ ਭੋਗਾਂ ਨੇ ਪਰਮਾਤਮਾ ਤੋਂ ਦੂਰ ਕੀਤਾ। ਤੇ ਮਹਾਰਾਜ ਕਹਿੰਦੇ ਇਹ ਤਾਂ ਹੈ ਹੀ ਕੌੜੇ, ਇਹ ਰਿਸ਼ਤੇ ਨਾਤੇ ਤੇ ਹੈ ਹੀ ਕੌੜੇ। ਤੇਰੇ ਸਰੀਰ 'ਚੋਂ ਸਾਹ ਗਏ, ਇਹ ਰਿਸ਼ਤੇ ਨਾਤੇ ਖਤਮ, ਇਹ ਕੌੜੇ ਹੋ ਗਏ, ਇਹਨਾਂ ਦਾ ਕੋਈ ਮਤਲਬ ਨਹੀਂ ਰਹਿ ਗਿਆ। ਇਹ ਤਾਂ ਤੱਕ ਨੇ ਜਾਂ ਤੱਕ ਸਰੀਰ ਹੈ। ਤੇ ਫਿਰ ਤੂੰ ਆਪਣੇ ਮਨ ਨੂੰ ਕਿਉਂ ਨਹੀਂ ਪਹਿਚਾਣਦਾ? ਸਰੀਰ ਮਰ ਜਾਣਾ, ਤੇਰੀ ਆਤਮਾ ਨੇ ਮਰਨੀ, ਲੇਖਾ ਦੇਣਾ ਪੈਣਾ। ਧਰਮ ਰਾਏ ਜਬ ਲੇਖਾ ਮੰਗਿਆ, ਕਿਆ ਮੁੱਖ ਲੈ ਕੇ ਜਾਏਗਾ। ਇਹ ਗੱਲ ਯਾਦ ਰੱਖ। ਮਾਇਆ ਦੇ ਭੋਗਾਂ ਨਾਲ ਤੇਰਾ ਪਿਆਰ ਨਹੀਂ ਹੋਏਗਾ, ਇਹਨਾਂ ਵਿੱਚ ਤੂੰ ਰਚੇਗਾ ਨਹੀਂ, ਇਹਨਾਂ ਨੂੰ ਵਰਤੇਂਗਾ, ਇਹਨਾਂ ਨੂੰ ਗੁਜ਼ਰਾਨ ਬਣਾ ਕੇ ਚੱਲੇਗਾ। ਸਤਿਗੁਰੂ ਜੀ ਨੇ ਸਪਸ਼ਟ ਕਰ ਦਿੱਤਾ, ਇੱਕ ਪਲ ਦੇ ਵਿੱਚ, ਇੱਕ ਖਿਣ ਦੇ ਵਿੱਚ ਇਹ ਸਾਰੇ ਰਿਸ਼ਤੇ ਨਾਤੇ ਕੌੜੇ ਹੋ ਜਾਣੇ, ਜਿਨ੍ਹਾਂ ਦੇ ਪਿੱਛੇ ਲੱਗ ਕੇ ਤੂੰ ਪਰਮਾਤਮਾ ਨੂੰ ਭੁਲਾ ਦਿੱਤਾ। ਤੇ ਮਹਾਰਾਜ ਕਹਿੰਦੇ ਨੇ ਇਹ ਸਾਰੇ ਰਿਸ਼ਤੇ ਨਾਤੇ ਜਿਹੜੇ ਨੇ ਕੌੜੇ ਹੋ ਜਾਣੇ, ਇਹਨਾਂ ਦਾ ਕੋਈ ਭਾਵ ਨਹੀਂ ਰਹਿਣਾ। ਅਗਲੀ ਪੰਕਤੀ 'ਚ ਮਹਾਰਾਜ ਕਿਰਪਾ ਕਰਦੇ, ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵਹਿ ਰੂ। ਜਦੋਂ ਇਸ ਗੱਲ ਦੀ ਸਮਝ ਆ ਗਈ ਨਾ ਕਿ ਇਹ ਰਿਸ਼ਤੇ ਨਾਤੇ ਤੇਰੇ ਨਹੀਂ, ਉਸ ਵੇਲੇ ਤੈਨੂੰ ਪਰਮਾਤਮਾ ਦੀ ਯਾਦ ਆਉਣੀ। ਅਤੇ ਮਹਾਰਾਜ ਕਹਿੰਦੇ ਨੇ ਜਦੋਂ ਤੂੰ ਇਹਨਾਂ ਰਿਸ਼ਤੇ ਨਾਤਿਆਂ ਨੂੰ ਆਪਣੇ ਬਣਾ ਕੇ ਚੱਲਿਆ, ਤੈਨੂੰ ਹੁਣ ਲੇਖਾ ਦੇਣਾ ਪੈਣਾ, ਵਾਰੀ ਆ ਗਈ ਲੇਖਾ ਦੇਣ ਦੀ। ਅਤੇ ਫਿਰ ਉੱਥੇ ਵਿੱਚ ਨਾ ਕੋਈ, ਵਿੱਚ ਤੋਂ ਭਾਵ ਵਿਚੋਲਾ, ਵਿੱਚ ਤੋਂ ਭਾਵ ਜੋੜਨ ਵਾਲਾ। ਜਿਵੇਂ ਸੰਸਾਰ ਦੇ ਵਿੱਚ, ਸਮਾਜ ਵਿੱਚ ਰਿਸ਼ਤੇ ਨਾਤਿਆਂ ਨੂੰ ਜੋੜਨਾ ਹੋਵੇ ਤਾਂ ਕੋਈ ਵਿਚੋਲਾ ਹੁੰਦਾ, ਕੋਈ ਨਾ ਕੋਈ ਵਿੱਚ ਮਿਲ ਜਾਂਦਾ। ਅਤੇ ਸਤਿਗੁਰੂ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੇ ਅਕਾਲ ਪੁਰਖ ਦੇ ਘਰ ਦੇ ਵਿੱਚ, ਜਾਂ ਸਾਡੇ ਕੀਤੇ ਹੋਏ ਚੰਗੇ ਕਰਮਾਂ ਨੇ, ਜਿਨ੍ਹਾਂ ਦੀ ਗੱਲ ਪਹਿਲੇ ਪੰਕਤੀ 'ਚ ਮਹਾਰਾਜ ਨੇ ਕੀਤੇ, ਕਤਕ ਕਰਮ ਕਮਾਵਣੇ, ਕੀਤੇ ਹੋਏ ਚੰਗੇ ਕਰਮਾਂ ਨੇ ਜਾ ਕੇ ਨਿਰੰਕਾਰ ਦੇ ਘਰ ਵਿੱਚ ਸਾਡੇ ਵਿਚੋਲੇ ਬਣਨਾ ਸੀ ਕਿ ਇਹ ਬੰਦਾ ਚੰਗੇ ਕੰਮ ਕਰਕੇ ਆਇਆ, ਮਹਾਰਾਜ ਇਹਨੂੰ ਮਾਫ ਕਰ ਦਿਓ, ਇਹਦੇ ਮਾੜੇ ਕੰਮਾਂ ਨੂੰ ਇਗਨੋਰ ਕਰ ਦਿਓ। ਪਰ ਹੁਣ ਕੀਤਾ ਨਹੀਂ ਚੰਗਾ ਇੱਕ ਵੀ। ਅਤੇ ਮਹਾਰਾਜ ਕਹਿੰਦੇ ਨੇ ਵਿੱਚ ਨਾ ਕੋਈ ਕਰ ਸਕੈ। ਅਤੇ ਹੁਣ ਇੱਥੇ ਗੱਲ ਰਿਸ਼ਤੇ ਨਾਤਿਆਂ ਦੀ ਵੀ ਆ ਜਾਣੀ। ਕਿਹੜਾ ਰਿਸ਼ਤਾ ਹੈ ਜਿਹੜਾ ਉੱਥੇ ਜਾ ਕੇ ਨਾਲ ਖਲੋਵੇਗਾ? ਕੋਈ ਨਹੀਂ, ਇੱਥੇ ਨਹੀਂ ਖਲੋਂਦਾ। ਕਿਸੇ ਨੂੰ ਵੱਡੀ ਬਿਮਾਰੀ ਲੱਗ ਜਾਏ ਨਾ, ਕੋਈ ਬਹੁਤ ਵੱਡੀ, ਤਾਂ ਡਾਕਟਰ ਕਹਿ ਦੇਵੇ ਇਹ ਬਚ ਸਕਦਾ, ਇਹਦੀ ਬਿਮਾਰੀ ਤੂੰ ਲੈ ਲੈ, ਅਤੇ ਕੋਈ ਨਹੀਂ ਲੈਂਦਾ। ਆਪਣਾ ਸਕਾ ਰਿਸ਼ਤੇਦਾਰ ਵੀ ਨਹੀਂ ਲੈਂਦਾ, ਭੈਣ ਭਰਾ ਤੱਕ ਨਹੀਂ ਲੈਂਦੇ। ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਨਿਰੰਕਾਰ ਦੀ ਦੁਨੀਆ ਵਿੱਚ ਜਦੋਂ ਲੇਖਾ ਜੋਖਾ ਹੋਣਾ ਨਾ ਤੇਰੇ ਕਰਮਾਂ ਦਾ, ਅਤੇ ਉੱਥੇ ਕਿਸੇ ਨੇ ਵਿਚੋਲਾ ਨਹੀਂ ਬਣਨਾ। ਉੱਥੇ ਜਿੰਨਾ ਮਰਜ਼ੀ ਰੋ ਲਵੀਂ, ਕੋਈ ਫਾਇਦਾ ਨਹੀਂ ਹੋਣਾ।
ਇੱਥੇ ਇੱਕ ਵਾਰੀ ਰੋਣ ਦਾ ਫਾਇਦਾ ਤੈਨੂੰ ਗੁਰੂ ਚਰਨਾਂ 'ਚ ਹੋ ਜਾਣਾ, ਉੱਥੇ ਲੱਖਾਂ ਵਾਰੀ ਰੋਵੇਂਗਾ ਤਾਂ ਵੀ ਤੈਨੂੰ ਕੋਈ ਵੀ ਜਰਾ ਭਰ ਵੀ ਉਹਦਾ ਜਿਹੜਾ ਫਾਇਦਾ ਤੈਨੂੰ ਪ੍ਰਾਪਤ ਨਹੀਂ ਹੋਣਾ। ਤੇ ਮਹਾਰਾਜ ਕਹਿੰਦੇ ਨੇ ਵਿੱਚ ਨਾ ਕੋਈ ਕਰ ਸਕੈ, ਕਿਸ ਥੈ ਰੋਵਹਿ ਰੋਜ਼, ਜਿੰਨਾ ਮਰਜੀ ਰੋਵੀਂ ਤੇਰਾ ਕਿਸੇ ਨੇ ਵਿਚੋਲਾ ਨਹੀਂ ਬਣਨਾ। ਤੇ ਅਗਲੀ ਪੰਕਤੀ 'ਚ ਕਿਰਪਾ ਕਰਦੇ, ਕੀਤਾ ਕਿਛੂ ਨਾ ਹੋਵਈ, ਲਿਖਿਆ ਧੁਰ ਸੰਜੋਗ। ਹੇ ਮਾਲਕਾ ਸੱਚੇ ਪਾਤਸ਼ਾਹ, ਗੁਰੂ ਨੇ ਇੰਨੀਆਂ ਗੱਲਾਂ ਸਮਝਾ ਦਿੱਤੀਆਂ ਤੇ ਸੁਭਾਅ ਮੇਰੇ ਮਾਲਕ ਸੱਚੇ ਪਾਤਸ਼ਾਹ ਦਾ ਨਿਰਮਲ ਮਿੱਠਾ ਸੁਭਾਅ। ਪਾਤਸ਼ਾਹ ਜੀ ਕਹਿੰਦੇ ਨੇ ਕੀਤਾ ਕਿਛੂ ਨਾ ਹੋਵਈ, ਲਿਖਿਆ ਧੁਰ ਸੰਜੋਗ, ਜੋ ਵੀ ਤੇਰੇ ਸੰਜੋਗਾਂ ਵਿੱਚ ਲਿਖਿਆ, ਭਾਵ ਆਪਣੇ ਕਰਮ ਚੰਗੇ ਕਰ, ਰਿਸ਼ਤੇ ਨਾਤਿਆਂ ਨੂੰ ਸਮਾਜਿਕ ਪੱਖ ਤੇ ਸੰਸਾਰਿਕ ਪੱਖ ਤੇ ਸਿਰਫ ਗੁਜ਼ਰਾਨ ਦੇ ਤੌਰ ਤੇ, ਇੱਕ ਜਿਵੇਂ ਰਸਤੇ ਦੇ ਵਿੱਚ ਅਸੀਂ ਮੁਸਾਫਰ ਹੁੰਦੇ ਇੱਕ ਦੂਸਰੇ ਨਾਲ ਬਹਿੰਦੇ ਕਿਸੇ ਮੰਜ਼ਿਲ ਤੇ ਜਾਣਾ ਬੱਸ ਜਹਾਜ਼ ਦੇ ਵਿੱਚ, ਤੇ ਇਹ ਨਹੀਂ ਹੁੰਦਾ ਸਾਰਿਆਂ ਨਾਲ ਰਿਸ਼ਤਾ ਜੁੜ ਜਾਂਦਾ, ਕਿਸੇ ਨੇ ਆਪਣੇ ਘਰ ਚਲੇ ਜਾਣਾ, ਕਿਸੇ ਨੇ ਆਪਣੇ ਘਰ, ਇਸ ਤਰ੍ਹਾਂ ਸੋਚ ਕੇ ਇਹ ਮੇਰੇ ਨਾਲ ਪਾਂਧੀ ਨੇ ਸਾਰੇ, ਤੇ ਮੈਂ ਇਹਨਾਂ ਪਾਂਧੀਆਂ ਦੇ ਵਿੱਚ ਸਭ ਤੋਂ ਚੰਗਾ ਪਾਂਧੀ ਬਣਨਾ, ਨਾਮ ਜਪ ਜਪ ਕੇ ਗੁਰਮੁਖ ਬਣਨਾ। ਤੇ ਮਹਾਰਾਜ ਕਹਿੰਦੇ ਨੇ ਆਪਣੇ ਮਨ ਦੇ ਵਿੱਚ ਇਸ ਗੱਲ ਨੂੰ ਵਸਾ ਲੈ ਕਿ ਮੇਰੇ ਮਾਲਕ ਨੇ ਸੱਚੇ ਪਾਤਸ਼ਾਹ ਨੇ ਜੋ ਮੇਰੇ ਲਈ ਕਰਨਾ ਹੋਣਾ ਉਹੀ ਹੈ, ਜੋ ਉਹਨੇ ਮੇਰੇ ਸੰਜੋਗਾਂ ਦੇ ਵਿੱਚ ਲਿਖ ਦਿੱਤਾ, ਮੇਰੇ ਕਰਮਾਂ ਦੇ ਵਿੱਚ ਲਿਖ ਦਿੱਤਾ, ਜੋ ਉਹਨੇ ਮੇਰੇ ਵਾਸਤੇ ਲਿਖ ਦਿੱਤਾ ਪ੍ਰਾਪਤ ਹੋਈ ਹੋਣਾ। ਤੇ ਮੈਂ ਗਲਤ ਕੰਮ ਕਰਕੇ, ਮਾੜੇ ਕਰਮ ਕਰਕੇ ਕਿਉਂ ਆਪਣੇ ਆਪ ਨੂੰ ਬੁਰਾਈਆਂ ਦੇ ਰਿਹਾ। ਤੇ ਸਤਿਗੁਰੂ ਕਿਰਪਾ ਕਰਦੇ ਸਮਝਾ ਰਹੇ ਹਨ ਇਹ ਗੱਲ ਕਿ ਭਰੋਸਾ ਰੱਖੀ ਗੁਰੂ ਤੇ, ਤੇਰੇ ਲਈ ਜੋ ਚੰਗਾ ਹੈ ਗੁਰੂ ਨੇ ਤੈਨੂੰ ਪ੍ਰਾਪਤ ਕਰਾ ਦੇਣਾ, ਪਰ ਮਾੜੇ ਕੰਮ ਕਰਕੇ ਤੂੰ ਗੁਰੂ ਦੀ ਦਰਗਾਹ 'ਚ ਦੋਸ਼ੀ ਨਾ ਬਣੀ, ਮਾੜੇ ਕੰਮ ਕਰਕੇ ਤੂੰ ਸਤਿਗੁਰੂ ਦੇ ਘਰ 'ਚ ਦੋਸ਼ੀ ਨਾ ਬਣੀ। ਅਗਲੀ ਪੰਕਤੀ ਸਮਝਾਉਂਦੇ ਹਨ, ਵੱਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰਹਿ ਸਭ ਵਿਯੋਗ। ਹੁਣ ਜਦੋਂ ਸਿੱਖ ਨੂੰ ਇਹਨਾਂ ਗੱਲਾਂ ਦੀ ਸਮਝ ਆ ਜਾਵੇ ਨਾ ਕਿ ਮੇਰੇ ਮਾੜੇ ਕਰਮ ਮੈਨੂੰ ਰੱਬ ਤੋਂ ਦੂਰ ਕਰਦੇ ਨੇ, ਤੇ ਜੇ ਮੈਂ ਭਰੋਸਾ ਕਰ ਲਵਾਂ ਕਿ ਮੇਰੇ ਸਤਿਗੁਰੂ ਨੇ ਜੋ ਮੇਰੇ ਲਈ ਲਿਖਿਆ ਉਹੀ ਹੋਣਾ, ਤੇ ਮੈਂ ਮਾੜੇ ਕਰਮ ਨਹੀਂ ਕਰਾਂਗਾ, ਤੇ ਫਿਰ ਮਹਾਰਾਜ ਕਹਿੰਦੇ ਨੇ ਉਹ ਦੇਰ ਨਹੀਂ ਲਾਉਂਦਾ, ਤਤ ਗਿਆਨ ਤਿਸ ਮਨ ਪ੍ਰਗਟਾਇਓ। ਮਹਾਰਾਜ ਕਹਿੰਦੇ ਨੇ ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਵਿਸ਼ਵਾਸ ਆ ਗਿਆ ਕਿ ਜੋ ਮੇਰੇ ਗੁਰੂ ਨੇ ਮੇਰੇ ਲਈ ਲਿਖਿਆ ਹੋ ਜਾਣਾ, ਤੇ ਮਹਾਰਾਜ ਕਹਿੰਦੇ ਨੇ ਗੁਰੂ ਨੇ ਕਿਰਪਾ ਕਰਤੀ, ਵੱਡ ਭਾਗੀ ਮੇਰਾ ਪ੍ਰਭ ਮਿਲਿਆ, ਮੇਰੇ ਵੱਡੇ ਭਾਗ ਹੋ ਗਏ, ਵੱਡਿਆਂ ਭਾਗਾਂ ਨਾਲ ਮੇਰੇ ਗੁਰੂ ਨਾਲ ਮੇਰਾ ਮਿਲਾਪ ਹੋ ਗਿਆ। ਤੇ ਸਿੱਖਾ ਤੇਰਾ ਮਿਲਾਪ ਗੁਰੂ ਨਾਲ ਹੋ ਜਾਏਗਾ ਜਦੋਂ ਤੈਨੂੰ ਭਰੋਸਾ ਵੱਧ ਜਾਏਗਾ ਕਿ ਜੋ ਮੇਰੇ ਦਾਤੇ ਨੇ ਮੇਰੇ ਲਈ ਲਿਖਿਆ, ਜੋ ਮੇਰੇ ਵਾਸਤੇ ਬਣਾਇਆ ਉਹ ਮੈਨੂੰ ਮਿਲ ਜਾਣਾ, ਮੈਂ ਮਾੜਾ ਕੰਮ ਨਹੀਂ ਕਰਨਾ, ਮਾੜੀ ਸੋਚ ਲੈ ਕੇ ਨਹੀਂ ਚੱਲਣਾ। ਤੇ ਮਹਾਰਾਜ ਕਹਿੰਦੇ ਨੇ ਵੱਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉੱਤਰ ਹੈ ਸਭ ਵਿਯੋਗ। ਫਿਰ ਸਾਰੇ ਵਿਯੋਗ ਝੋਰੇ ਮਨ ਦੇ ਜਿਹੜੇ ਨੇ, ਉਹ ਲਾਮੇ ਜਿਹੜੇ ਨੇ ਉਹ ਸਾਰੇ ਉਤਰ ਗਏ, ਉਹ ਸਾਰੇ ਦੂਰ ਹੋ ਗਏ। ਇਹ ਹੋਏ ਕਿੱਦਾਂ? ਸਿੱਖ ਨੇ ਗੁਰੂ ਤੇ ਭਰੋਸਾ ਕਰ ਲਿਆ, ਗੁਰੂ ਦੇ ਹੁਕਮ ਨੂੰ ਮੰਨਣਾ ਸ਼ੁਰੂ ਕਰ ਦਿੱਤਾ, ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ, ਤੇ ਮਾੜੇ ਕੰਮ ਛੱਡ ਦਿੱਤੇ। ਮਾੜੇ ਕੰਮਾਂ ਨੂੰ ਛੱਡ ਕੇ ਬਾਣੀ ਪੜ੍ਹ ਕੇ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਮੰਨ ਕੇ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਨਾਲ, ਸਤਿਗੁਰੂ ਜੀ ਦੇ ਚਰਨਾਂ ਵਿੱਚ ਬਹਿ ਕੇ ਸਤਿਗੁਰੂ ਕੋਲੋਂ ਖੁਸ਼ੀਆਂ ਲੈ ਲਈਆਂ, ਵਡਭਾਗਾ ਬਣ ਗਿਆ। ਅਗਲੀ ਪੰਕਤੀ 'ਚ ਮਹਾਰਾਜ ਕਿਰਪਾ ਕਰਦੇ, ਨਾਨਕ ਕਉ ਪ੍ਰਭ ਰਾਖ ਲੇ, ਮੇਰੇ ਸਾਹਿਬ ਬੰਦੀ ਮੋਚ। ਹੇ ਦਾਤਾ ਕਿਰਪਾ ਕਰ, ਮੇਰੇ ਮਾੜੇ ਕੰਮ ਨੇ, ਮੇਰੇ ਕਰਮ ਬੜੇ ਮਾੜੇ ਨੇ, ਮੇਰਾ ਸੁਭਾਅ ਬੜਾ ਮਾੜਾ ਹੋ ਗਿਆ, ਤੁਸੀਂ ਮਿਹਰ ਕਰ ਦਿਓ। ਨਾਨਕ ਕਉ ਪ੍ਰਭ ਰਾਖ ਲੇ, ਤੁਸੀਂ ਮੈਨੂੰ ਰੱਖਣਾ ਕਰੋ, ਤੁਸੀਂ ਮੈਨੂੰ ਬਖਸ਼ ਲਓ, ਤੁਸੀਂ ਤਾਂ ਸਤਿਗੁਰੂ ਪਾਤਸ਼ਾਹ ਜੀ ਬੰਦੀ ਮੋਚ ਹੋ, ਬੰਧਨਾਂ ਨੂੰ ਦੂਰ ਕਰਨ ਵਾਲੇ ਹੋ, ਬੰਧਨਾਂ ਨੂੰ ਕੱਟਣ ਵਾਲੇ ਹੋ। ਤੇ ਜਦੋਂ ਸਿੱਖ ਇਸ ਤਰ੍ਹਾਂ ਅਰਦਾਸ ਕਰਦਾ ਸਤਿਗੁਰੂ ਜੀ ਦੇ ਚਰਨਾਂ ਵਿੱਚ, ਤੇ ਫਿਰ ਦਾਤਾ ਜੀ ਮਿਹਰ ਕਰਕੇ ਸਾਰੇ ਬੰਧਨ ਦੂਰ ਕਰ ਦਿੰਦੇ ਨੇ। ਟੂਟੀ ਗਾਢਣ ਹਾਰ ਗੋਪਾਲ, ਸਰਬ ਜੀਆਂ ਆਪੇ ਪ੍ਰਤਪਾਲ। ਫਿਰ ਮਹਾਰਾਜ ਸਤਿਗੁਰੂ ਗੁਰੂ ਅਰਜਨ ਦੇਵ ਜੀ ਸੁਖਮਨੀ ਸਾਹਿਬ 'ਚ ਸਮਝਾਉਂਦੇ ਹਨ, ਉਹ ਦਾਤਾ ਤੇ ਟੁੱਟੀਆਂ ਨੂੰ ਗੰਢ ਲੈਂਦਾ, ਤੇ ਜਦੋਂ ਟੁੱਟੀਆਂ ਨੂੰ ਗੰਢ ਲੈਂਦਾ ਫਿਰ ਜਿਵੇਂ 40 ਮੁਕਤਿਆਂ ਨੂੰ ਬਖਸ਼ ਲਿਆ ਸੀ, ਇਸ ਤਰ੍ਹਾਂ ਸਿੱਖਾ ਤੈਨੂੰ ਬਖਸ਼ ਲਏਗਾ। ਪਰ ਅਰਦਾਸ ਕਰ ਗੁਰੂ ਦੇ ਚਰਨਾਂ 'ਚ, ਬਾਣੀ ਪੜ੍ਹ, ਆਪਣੇ ਮਾੜੇ ਕੰਮ ਛੱਡ ਦੇ। ਸਤਿਗੁਰ ਕਿਰਪਾ ਕਰਦੇ, ਕਤਕ ਹੋਵੈ ਸਾਧ ਸੰਗ, ਬਿਨ ਸਹਿ ਸਭੇ ਸੋਚ। ਇਹ ਮਾੜੇ ਕੰਮ ਛੱਡੇ ਕਿਵੇਂ ਜਾ ਸਕਦੇ? ਅਖੀਰਲੀ ਪੰਕਤੀ 'ਚ ਮਹਾਰਾਜ ਨੇ ਸਪਸ਼ਟ ਕਰ ਦਿੱਤਾ। ਸਤਿਗੁਰ ਨੇ ਸਿੱਖ ਨੂੰ ਇੱਕ ਬੜੀ ਵੱਡੀ ਦਾਤ ਦਿੱਤੀ ਹੈ,
ਉਹ ਦਾਤ ਹੈ ਸੰਗਤ। ਅਤੇ ਸੰਗਤ ਸਾਧੂਆਂ ਦੀ, ਮਾੜਿਆਂ ਦੀ ਨਹੀਂ। ਸੰਗਤ ਦੋ ਤਰ੍ਹਾਂ ਦੀ ਹੈ। ਇੱਕ ਉਹ ਸੰਗਤ ਜਿਹੜੀ ਮਾੜੇ ਕੰਮਾਂ ਲਈ ਪ੍ਰੇਰਨਾ ਕਰਦੀ ਹੈ। ਗੁਰੂ ਘਰ ਨੂੰ ਕੋਈ ਤੁਰਿਆ ਆਉਂਦਾ ਹੋਵੇ ਜਾਂ ਕਿਸੇ ਧਾਰਮਿਕ ਸਥਾਨ 'ਤੇ ਤਾਂ ਰਸਤੇ 'ਚ ਮਿਲ ਜਾਵੇ ਕੋਈ ਕੁਕਰਮੀ, ਅਤੇ ਉਹ ਕਵੇ ਆ ਭਾਈ ਗੁਰਦੁਆਰੇ ਕਿਉਂ ਚੱਲੇ ਆ ਤੈਨੂੰ ਮੈਂ ਪੱਬ 'ਚ ਲੈ ਜਾਂਦਾ, ਮਾੜੀ ਜਗ੍ਹਾ 'ਤੇ ਲੈ ਜਾਂਦਾ, ਸ਼ਰਾਬਖਾਨੇ 'ਚ ਲੈ ਜਾਂਦਾ, ਅਤੇ ਉੱਧਰ ਨੂੰ ਤੁਰ ਪਵੇ। ਹੈ ਤਾਂ ਉਹ ਵੀ ਸੰਗਤ, ਪਰ ਉਹਨੂੰ ਕੁਸੰਗਤ ਆਖਿਆ ਮਹਾਰਾਜ ਨੇ। ਅਤੇ ਜਿਹੜੀ ਸੰਗਤ ਗੁਰੂ ਨਾਲ ਜੋੜ ਦੇਵੇ ਉਹਨੂੰ ਆਖਿਆ ਸਾਧ ਸੰਗਤ। ਅਤੇ ਮਹਾਰਾਜ ਕਹਿੰਦੇ ਹਨ ਤੇਰੇ ਮਾੜੇ ਕਰਮ ਦੂਰ ਹੋ ਜਾਵਣਗੇ ਸੰਗਤ ਵਿੱਚ ਬਹਿ ਕੇ। ਸੰਗਤ ਸਾਧੂਆਂ ਦੀ ਹੋਵੇ, ਸਾਧਿਆਂ ਹੋਇਆਂ ਦੀ ਹੋਵੇ, ਸੰਗਤ ਗੁਰੂ ਦੀ ਹੋਵੇ, ਸੰਗਤ ਹੋਵੇ ਭਲੇ ਪੁਰਸ਼ਾਂ ਦੀ, ਸੰਗਤ ਹੋਵੇ ਨਾਮ ਰਸੀਆਂ ਦੀ। ਹੁਣ ਨਾਮ ਰਸੀਆਂ ਦੀ ਸੰਗਤ ਸਾਨੂੰ ਗੁਰਬਾਣੀ ਨਾਲ ਜੋੜਦੀ ਹੈ। ਨਾਮ ਰਸੀਆਂ ਦੀ ਸੰਗਤ ਸਾਨੂੰ ਸਾਡੇ ਗੁਰ ਇਤਿਹਾਸ ਨਾਲ ਜੋੜਦੀ ਹੈ। ਨਾਮ ਰਸੀਆਂ ਦੀ ਸੰਗਤ ਸਾਨੂੰ ਉਸ ਪਰਿਪੂਰਨ ਪ੍ਰਮਾਤਮਾ ਅਕਾਲ ਪੁਰਖ ਨਾਲ ਜੋੜਦੀ ਹੈ। ਆਓ ਅਸੀਂ ਵੀ ਸਾਰੇ ਇਸ ਕੱਤਕ ਦੇ ਮਹੀਨੇ ਵਿੱਚ ਆਪਣੇ ਸਤਿਗੁਰੂ ਕੋਲੋਂ ਇਹ ਦਾਤ ਮੰਗੀਏ। ਦਾਤਾ ਜੀ ਕਿਰਪਾ ਕਰੋ, ਸਾਨੂੰ ਨਹੀਂ ਪਤਾ ਕਿ ਮਾੜੇ ਕਰਮ ਕਿੱਦਾਂ ਛੱਡੇ ਜਾਣੇ ਨੇ, ਪਰ ਆਪਣਾ ਪ੍ਰਣ ਕਰੀਏ ਦਾਤੇ ਕੋਲੋਂ ਦਾਤ ਮੰਗ ਕੇ ਕਿ ਹਰ ਰੋਜ਼ ਇੱਕ ਟਾਈਮ, ਘੱਟ ਤੋਂ ਘੱਟ ਇੱਕ ਟਾਈਮ ਆਪਣੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ 10-15 ਮਿੰਟ ਜ਼ਰੂਰ ਸੰਗਤ ਕਰਿਆ ਕਰੀਏ, ਘੱਟ ਤੋਂ ਘੱਟ, ਅਤੇ ਵੱਧ ਤੋਂ ਵੱਧ ਜਿੰਨੀ ਮਰਜ਼ੀ ਕਰ ਲਓ। ਸੰਗਤ ਕਰਕੇ, ਬਾਣੀ ਪੜ੍ਹ ਕੇ ਗੁਰੂ ਦੇ ਚਰਨਾਂ ਵਿੱਚੋਂ ਅਸੀਂ ਆਪਣੇ ਮਾੜੇ ਕਰਮਾਂ ਨੂੰ ਬਖਸ਼ਾ ਸਕਦੇ ਹਾਂ, ਅਤੇ ਸਤਿਗੁਰੂ ਸਾਡੀ ਝੋਲੀ ਦੇ ਵਿੱਚ ਖੁਸ਼ੀਆਂ ਖੇੜੇ ਪਾਉਣਗੇ। ਅਤੇ ਬਾਜਾਂ ਵਾਲੇ ਨੇ ਆਖਿਆ ਸੀ ਨਾ, ਖਾਲਸਾ ਮੇਰੋ ਰੂਪ ਹੈ ਖਾਸ। ਇਹ ਉਸ ਉਹਨਾਂ ਨੂੰ ਆਖਿਆ ਸੀ ਜਿਹੜੇ ਗੁਰੂ ਵਰਗੇ ਬਣ ਗਏ, ਜਿਨ੍ਹਾਂ ਨੇ ਹੁਕਮ ਨੂੰ ਮੰਨ ਕੇ ਆਪਣੇ ਮਾੜੇ ਕਰਮ ਛੱਡ ਦਿੱਤੇ ਸਨ। ਆਓ ਅਸੀਂ ਵੀ ਸਾਰੇ ਸਾਧ ਸੰਗਤ ਜੀ ਸਤਿਗੁਰੂ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕਰੀਏ। ਦਾਤਾ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ। ਸਾਡੇ ਅੰਦਰ ਚਾਅ ਪੈਦਾ ਹੋਵੇ ਨਾਮ ਜਪਣ ਦਾ, ਬਾਣੀ ਪੜ੍ਹਨ ਦਾ। ਸਤਿਗੁਰੂ ਜੀ ਇਹੋ ਜਿਹੀ ਮਿਹਰ ਕਰਨ, ਗੁਰੂ 'ਤੇ ਪੂਰਨ ਭਰੋਸਾ ਬਣ ਜਾਵੇ। ਸਤਿਗੁਰੂ ਪਾਸੋਂ ਸਾਨੂੰ ਬੇਅੰਤ ਦਾਤਾਂ ਪ੍ਰਾਪਤ ਹੋ ਜਾਵਣਗੀਆਂ। ਮਾੜੇ ਕਰਮ ਤਿਆਗ ਕੇ ਚੰਗੇ ਕਰਮ ਗੁਰਮੁਖਾਂ ਵਾਲੇ, ਗੁਰਮਤਿ ਵਾਲੇ ਕਰੀਏ। ਆਓ ਜੀ ਸਾਰੇ ਹੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਇਹ ਦਾਤ ਗੁਰੂ ਕੋਲੋਂ ਪ੍ਰਾਪਤ ਕਰੀਏ। ਬਾਣੀ ਪੜ੍ਹਦੇ ਹਾਂ, ਵਿਚਾਰ ਕਰਦੇ ਹਾਂ, ਅਨੇਕਾਂ ਭੁੱਲਾਂ ਹੋਈਆਂ ਹਨ, ਗੁਰੂ ਸਾਹਿਬ ਜੀ ਬਖਸ਼ ਲੈਣ, ਆਪ ਸੰਗਤ ਬਖਸ਼ ਲਓ। ਅਗਾਂਹ ਤੋਂ ਸਤਿਗੁਰੂ ਜੀ ਸ਼ੁੱਧ ਗੁਰਬਾਣੀ ਵਿਚਾਰਾਂ ਕਰਨ ਦੀ ਬਲ ਬਖਸ਼ਿਸ਼ ਕਰਨ। ਆਓ ਜੀ ਇੱਥੇ ਹੀ ਸੰਪੂਰਨਤਾ ਹੈ। ਗੱਜ ਕੇ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।